ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 422 ਤੇ ਵਿਚਾਲੇ ਜੇ ਕਰਕੇ ਹੋਏ। ਆਸਾ ਮਹਿਲਾ ਪਹਿਲਾ। ਰਾਗ ਦਾ ਨਾਮ ਆਸਾ ਹੈ। ਮਹਿਲਾ ਪਹਿਲਾ ਦਾ ਮਤਲਬ ਪਹਿਲੇ ਗੁਰੂ ਮਹਾਰਾਜ ਦੀ ਬਾਣੀ ਹੈ। ਆਵਣ ਜਾਣਾ ਕਿਉਂ ਰਹਿ, ਕਿਉਂ ਮੇਲਾ ਹੋਈ। ਜਨਮ ਮਰਨ ਕਾ ਦੁਖ ਘਣੋ, ਨਿਤ ਸਹਿਸਾ ਦੋਈ। ਕਿਉਂ ਮੈਨੇ ਕਿਸ ਤਰ੍ਹਾਂ, ਰਹਿ ਹੁੰਦਾ ਖਤਮ ਹੋਣਾ। ਆਵਣ ਜਾਣਾ ਭਾਵ ਜੰਮਣ ਮਰਨਾ। ਜੰਮਣ ਮਰਨਾ ਕਿਵੇਂ ਖਤਮ ਹੋਏਗਾ। ਕਿਉਂ ਮੇਲਾ ਹੋਈ, ਕਿਵੇਂ ਪਰਮਾਤਮਾ ਨਾਲ ਮੇਲ ਹੋਏਗਾ। ਕਿਵੇਂ ਜੰਮਣ ਮਰਨ ਖਤਮ ਹੋਏਗਾ, ਕਿਵੇਂ ਪਰਮਾਤਮਾ ਨਾਲ ਮੇਲ ਹੋਏਗਾ। ਕਿਉਂਕਿ ਜਨਮ ਮਰਨ ਕਾ ਦੁੱਖ ਘਣੋ, ਘਣੋ ਹੁੰਦਾ ਬਹੁਤ ਜ਼ਿਆਦਾ। ਕਿਉਂਕਿ ਜੰਮਣ ਮਰਨ ਦਾ ਦੁੱਖ ਬਹੁਤ ਜ਼ਿਆਦਾ ਹੈ। ਕਿਉਂਕਿ ਆਪਾਂ ਦੇਖਿਆ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਕਿੰਨੇ ਦੁੱਖ ਸਹਿੰਦਾ ਹੈ। ਨਿਤ ਸਹਿਸਾ ਦੋਈ। ਅੰਦਰ ਦਵੈਤ ਭਾਵ ਹੋਣ ਕਾਰਨ ਮਨ ਸਾਡਾ ਦੁਫਾੜ ਹੈ। ਸਾਡਾ ਮਨ ਦਾਲ ਦੀ ਨਹੀਂ ਹੈ। ਦਾਲ ਨਹੀਂ ਉਗਿਆ ਕਰਦੀ, ਸਾਬਤ ਬੀਜ ਉਗਦਾ ਹੈ। ਛੋਲਿਆਂ ਦਾ ਦਾਣਾ ਸਾਬਤ ਹੈ, ਬੀਜ ਦੋ ਉਗੇਗਾ। ਉਸ ਤੋਂ ਛੋਲਿਆਂ ਦੀ ਦਾਲ ਬਣਾ ਲਓ, ਦਾਲ ਬੀਜੋਗੇ ਨਹੀਂ ਉਗੇਗੀ। ਸਾਡਾ ਮਨ ਅਜੇ ਇੱਕ ਪਾਸੇ ਨਹੀਂ ਲੱਗਾ। ਇਹ ਅਜੇ ਦਾਲ ਦੀ ਨਹੀਂ ਹੈ। ਜਿੰਨਾ ਚਿਰ ਇੱਕ ਪਾਸੇ ਨਹੀਂ ਲੱਗਦਾ ਉਹਨਾਂ ਚਿਰ ਦੀ ਗੱਲ ਹੀ ਬਣਦੀ ਹੈ। ਅੰਦਰ ਸੈਂਸਾ ਹੈ, ਸੰਸਾ ਦਵੈਤ ਭਾਵਨਾ। ਇਸ ਲਈ ਜੰਮਣ ਮਰਨ ਦਾ ਬਹੁਤ ਦੁੱਖ ਸਹਿਣਾ ਪੈਂਦਾ ਮਨੁੱਖ ਨੂੰ। ਹੁਣ ਹੱਲ ਕੀ ਹੈ? ਕਹਿੰਦੇ ਬਿਨ ਨਾਮੈ ਕਿਆ ਜੀਵਨ, ਫਿਟ ਤ੍ਰਿਗ ਚਿਤਰਾਏ। ਨਾਮ ਤੋਂ ਬਿਨਾਂ ਜਿਹੜਾ ਜਿਉਣਾ ਹੈ ਉਹ ਤੇ ਫਟਕਾਰ ਯੋਗ ਹੈ, ਉਹ ਤੇ ਵਿਰਥ ਹੈ। ਲਾਹਣਤਾਂ ਪੈਂਦੀ, ਕਿਸੇ ਨੂੰ ਲਾਹਣਤ ਪਾਉਣੀ ਚਾਹ ਤੇ ਦਰ ਫਿੱਟੇ ਮੋੜੇ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ 'ਚ ਲਾਹਣਤਾਂ ਪੈਂਦੀਆਂ, ਦਰ ਫਿੱਟੇ ਮੂੰਹ ਕਹਿ ਦਿੰਦਾ, ਫਟਕਾਰਾਂ ਪੈਂਦੀਆਂ। ਕਿਉਂਕਿ ਸਾਨੂੰ ਜਿਸ ਕੰਮ ਲਈ ਭੇਜਿਆ ਹੈ ਅਗਰ ਅਸੀਂ ਉਹ ਕੰਮ ਨਹੀਂ ਕਰਾਂਗੇ ਤਾਂ ਫਿਰ ਫਟਕਾਰਾਂ ਤੇ ਪੈਣਗੀਆਂ ਪੈਣਗੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਿਤਾ ਨੇ 20 ਦਮੜੇ ਦੇ ਕੇ ਸੌਦਾ ਖਰੀਦਣ ਭੇਜਿਆ। ਉਹ ਸੌਦਾ ਲੈ ਕੇ ਨਹੀਂ ਆਏ, ਭੁੱਖੇ ਸਾਧੂਆਂ 'ਚ ਬਣਦਾ ਹੈ। ਫਿਰ ਕਿਉਂਕਿ ਜਿਸ ਕੰਮ ਪਿਤਾ ਨੇ ਭੇਜਿਆ ਪੁੱਤਰ ਨੇ ਉਹ ਕੰਮ ਨਹੀਂ ਕੀਤਾ, ਇਸ ਲਈ ਫਟਕਾਰ ਪਈ, ਝਿੜਕਾਂ ਪਈਆਂ ਵੀ ਤੈਨੂੰ ਕਿਹੜੇ ਕੰਮ ਭੇਜਿਆ, ਤੂੰ ਕਰਕੇ ਕੀ ਆਇਆ ਹੈ। ਤੁਸੀਂ ਬੱਚੇ ਨੂੰ ਸਕੂਲ ਭੇਜਦੇ ਹੋ ਕਾਹਦੇ ਲਈ? ਪੜ੍ਹਨ ਲਈ। ਅਗਰ ਉੱਥੇ ਪੜ੍ਹਦਾ ਨਹੀਂ, ਅਵਾਰਾਗਰਦੀ ਕਰਦਾ ਤਾਂ ਫਿਰ ਤੁਹਾਡੇ ਤੋਂ ਝਿੜਕਾਂ ਪੈਣਗੀਆਂ ਪੈਣਗੀਆਂ, ਕੁਦਰਤੀ ਗੱਲ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹੜਾ ਨਾਮ ਨਹੀਂ ਨਾ ਜਪਦਾ ਉਹ ਜੀਵਨ ਜਿਹੜਾ ਬਿਨਾਂ ਨਾਮ ਤੋਂ ਹੈ ਉਹ ਤੇ ਫਟਕਾਰ ਯੋਗ ਹੈ। ਇਹ ਮਨੁੱਖ ਦੀ ਚਤਰਾਈ ਜਿਹੜੀ ਹੈ ਇਹ ਤਰਕਾਰ ਯੋਗ ਹੈ, ਇੱਥੇ ਕਿਸੇ ਕੰਮ ਨਹੀਂ ਆਣੀ ਹੈ। ਮਨੁੱਖ ਨਾਮ ਨਹੀਂ ਜਪਦਾ, ਹੋਰ ਜਿਹੜੇ ਹੈ ਬਹਾਨੇ ਬਣਾਉਂਦਾ ਰਹਿੰਦਾ ਹੈ। ਉੱਥੇ ਬਹਾਨੇਬਾਜ਼ੀ ਨਹੀਂ ਚੱਲਦੀ। ਪਰਮਾਤਮਾ ਕਹਿੰਦਾ ਮੈਂ ਤੁਹਾਨੂੰ ਮਨੁੱਖਾ ਜੀਵਨ ਦਿੱਤੇ ਹੀ ਇਸ ਲਈ ਸੀ, ਨਹੀਂ ਤਾਂ ਮੈਂ ਤੁਹਾਨੂੰ ਡੰਗਰ ਵੀ ਬਣਾ ਸਕਦਾ, ਪੰਛੀ ਕੀੜਾ ਮਕੌੜਾ ਵੀ ਬਣਾ ਸਕਦਾ ਸੀ। ਕਿਉਂਕਿ ਧਰਮ ਅਨੁਸਾਰ 84 ਲੱਖ ਜੂਨੀਆਂ ਹਨ। ਜਿੰਨਾ ਚਿਰ ਸਾਇੰਸ ਵੱਧ ਘੱਟ ਸਿੱਧ ਨਹੀਂ ਕਰ ਦਿੰਦੀ ਉਹਨਾਂ 'ਚ ਅਸੀਂ ਮੰਨੀ ਜਾਣਾ ਵੀ 84 ਲੱਖ 84 ਲੱਖ ਜੂਨੀਆਂ। ਧਰਮ ਕਹਿੰਦਾ ਪਰਮਾਤਮਾ ਸਾਰੀਆਂ ਜੂਨੀਆਂ 'ਚ ਹੈ, ਕੋਈ ਐਸੀ ਜੂਨੀ ਵੱਡੀ ਛੋਟੀ ਨਹੀਂ ਜਿਸ ਕੋ ਪਰਮਾਤਮਾ ਨਾ ਹੋਵੇ।
पर वो अपने अंदरों परमात्मा प्रगट नहीं कर सकते। ਇੱਕੋ ਇੱਕ ਮਨੁੱਖਾ ਜੂਨੀ ਹੈ ਜਿਸ ਦੇ ਵਿੱਚ ਪਰਮਾਤਮਾ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਉਹ ਹੈ ਨਾਮ। ਨਾਮ ਜਪ ਜਪ ਕੇ ਹੀ ਉਸ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਹੁਣ ਨਾਮ ਜਪਣ ਲਈ ਪਰਮਾਤਮਾ ਨੇ ਭੇਜਿਆ ਹੈ। ਇਹ ਮਨੁੱਖ ਨਾਮ ਜਪਦਾ ਨਹੀਂ ਹੈ, ਇਸ ਲਈ ਇਹਨੂੰ ਫਟਕਾਰਾਂ ਪੈਂਦੀਆਂ। ਇਹਨੂੰ ਤਿਰਕਾਰ ਯੋਗ ਕਿਹਾ ਜਾਂਦਾ ਹੈ। ਸਤਿਗੁਰ ਸਾਧ ਨਾ ਸੇਵਿਆ, ਹਰ ਭਗਤ ਨਾ ਭਾਈ। ਭਾਈ ਮੈਨੂੰ ਚੰਗੀ ਲੱਗੀ। ਇਸ ਇਨਸਾਨ ਨੇ ਸੰਸਾਰ 'ਚ ਕਿ ਨਾ ਸਾਧੂ ਗੁਰੂ ਦੀ ਸੇਵਾ ਕੀਤੀ, ਇਹਨੂੰ ਹਰੀ ਦੀ ਭਗਤੀ ਚੰਗੀ ਹੀ ਨਹੀਂ ਲੱਗਦੀ ਹੈ। ਮਨੁੱਖ ਨੂੰ ਹਰੀ ਦੀ ਭਗਤੀ ਚੰਗੀ ਹੀ ਨਹੀਂ ਲੱਗਦੀ ਹੈ। ਕਿਉਂ ਨਹੀਂ ਚੰਗੀ ਲੱਗਦੀ? ਕਿ ਪਿਛਲੇ ਜਨਮਾਂ 'ਚ ਕੀਤੀ ਨਹੀਂ, ਅੰਦਰ ਭਗਤੀ ਦੇ ਸੰਸਕਾਰ ਹੀ ਨਹੀਂ ਹੈਗੇ। ਸਾਨੂੰ ਉਹੀ ਚੀਜ਼ ਚੰਗੀ ਲੱਗਦੀ ਹੈ ਜਿਹੜੀ ਸਾਡੇ ਅੰਦਰ ਪਹਿਲਾਂ ਹੀ ਹੈ। ਜਿਨ੍ਹਾਂ ਦੇ ਅੰਦਰ ਭਗਤੀ ਪਹਿਲਾਂ ਹੀ ਹੈ, ਉਹਨਾਂ ਨੂੰ ਜਦੋਂ ਮੌਕਾ ਮਿਲਦਾ ਉਹ ਭਗਤੀ ਕਰਨੀ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਅੰਦਰ ਭਗਤੀ ਹੈ। ਜਿਨ੍ਹਾਂ ਨੇ ਕਿਸੇ ਜਨ ਭਗਤੀ ਕੀਤੀ ਹੀ ਨਹੀਂ, ਉਹਨੂੰ ਜਿੰਨਾ ਮਰਜ਼ੀ ਕਹੀ ਜੋ ਉਹ ਨਹੀਂ ਮੰਨੇਗਾ। ਅਸੀਂ ਉਹੀ ਕੁਛ ਹੀ ਕਰਦੇ ਹਾਂ, ਸਾਨੂੰ ਉਹੀ ਕੁਛ ਹੀ ਬਾਹਰੋਂ ਚੰਗਾ ਲੱਗਦਾ ਹੈ ਜੋ ਪਹਿਲਾਂ ਹੀ ਸਾਡੇ ਅੰਦਰ ਹੈ। ਜਿਹੜਾ ਪਿਛਲੇ ਜਨਮ ਸ਼ਰਾਬ ਪੀਂਦਾ ਰਿਹਾ ਹੈ, ਉਹਨੂੰ ਇੱਕ ਦੋ ਵਾਰੀ ਇਸ ਜਨਮ 'ਚ ਕਹਿ ਦਿਓ ਲੱਗ ਜਾਏਗਾ ਪੀਣ, ਕਿਉਂਕਿ ਉਹਦੇ ਅੰਦਰ ਪਹਿਲਾਂ ਹੀ ਉਹ ਹੈ। ਲੱਕੜੀ ਦੇ ਵਿੱਚ ਪਹਿਲਾਂ ਹੀ ਅੱਗ ਹੈ, ਇਸ ਲਈ ਬਾਹਰੋਂ ਵੀ ਉਹਨੂੰ ਅੱਗ ਲੱਗ ਜਾਂਦੀ ਹੈ, ਕਿਉਂਕਿ ਅੰਦਰ ਅੱਗ ਹੈ। ਪੱਥਰ ਦੇ ਵਿੱਚ ਅੰਦਰ ਅੱਗ ਨਹੀਂ ਹੈ, ਇਸ ਲਈ ਬਾਹਰੋਂ ਪੱਥਰ ਨੂੰ ਅੱਗ ਨਹੀਂ ਲੱਗ ਸਕਦੀ। ਕਾਗਜ਼ ਦੇ ਵਿੱਚ ਪਹਿਲਾਂ ਹੀ ਅੱਗ ਹੈ, ਇਸ ਲਈ ਬਾਹਰੋਂ ਵੀ ਲੱਗ ਜਾਂਦੀ ਹੈ। ਆ ਜਿਹੜੀ ਚੀਨੀ ਜਿਸ ਦੀ ਚਾਹ ਬਣਾਉਣੀ, ਇਹਦੇ ਵਿੱਚ ਵੀ ਅੱਗ ਹੈ, ਇਸ ਨੂੰ ਬਾਹਰੋਂ ਵੀ ਅੱਗ ਲੱਗ ਜਾਂਦੀ ਹੈ। ਮੜੀਆਂ 'ਚ ਮੈਂ ਦੇਖਿਆ ਕਈ ਵਾਰੀ ਅੱਗ ਨੂੰ ਤੇਜ਼ ਕਰ ਲਈ, ਉਹਦੇ ਚੀਨੀ ਅੱਧਾ ਪੌਣਾ ਕਿਲੋ ਪਾ ਦਿੱਤੀ ਜਾਂਦੀ ਵੀ ਤਾਂ ਜੋ ਅੱਗ ਭੜਕ ਉੱਠੇ, ਕਿਉਂਕਿ ਇਹਦੇ ਵਿੱਚ ਪਹਿਲਾਂ ਹੀ ਅੱਗ ਹੈ। ਸੋ ਜੋ ਚੀਜ਼ ਸਾਡੇ ਅੰਦਰ ਹੈ ਉਹ ਸਾਨੂੰ ਬਾਹਰੋਂ ਚੰਗੀ ਲੱਗਦੀ ਹੈ। ਬਾਣੀ ਨਾਮ ਬਹੁਤ ਘੱਟ ਲੋਕਾਂ ਦੇ ਅੰਦਰ ਹੈ, ਇਸ ਕਰਕੇ ਉਹਨਾਂ ਨੂੰ ਇਹ ਚੰਗੀ ਨਹੀਂ ਲੱਗਦੀ। ਇਸ ਕਰਕੇ ਨਹੀਂ ਚੰਗੀ ਲੱਗਦੀ, ਹੋਰ ਕੋਈ ਕਾਰਨ ਨਹੀਂ ਹੁੰਦਾ। ਸੋ ਗੁਰੂ ਮਹਾਰਾਜ ਕਹਿੰਦੇ ਆਵਣ ਜਾਣਾ ਤੌਰ ਹੈ ਪਾਈਐ ਗੁਰ ਪੂਰਾ। ਇਹ ਜੰਮਣ ਮਰਤਾ ਤਾਂ ਖਤਮ ਹੁੰਦਾ ਜੇ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਵੇ। ਕਿਉਂ? ਗੁਰੂ ਨੇ ਫਿਰ ਉਪਦੇਸ਼ ਦੇਣਾ ਹੈ, ਇਸ ਨੂੰ ਸਮਝਾਣਾ ਹੈ। ਭਾਈ ਇਹ ਮਨੁੱਖਾ ਜੀਵਨ ਜਿਹੜਾ ਹੈ ਇਹ ਭਜਨ ਬੰਦਗੀ ਕਰਨ ਲਈ ਮਿਲਿਆ ਹੈ। ਮਨੁੱਖਾ ਜੀਵਨ ਦਾ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ, ਤੇ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਭਜਨ ਬੰਦਗੀ ਕਰਕੇ, ਨਾਮ ਜਪ ਕੇ। ਗੁਰੂ ਮਹਾਰਾਜ ਫਿਰ ਉਸ ਨੂੰ ਸਮਝਾਉਂਦੇ ਨੇ। ਰਾਮ ਨਾਮ ਤਨ ਰਾਸ ਦੇ, ਬਿਨ ਸੈ ਭ੍ਰਮ ਕੂਰਾ। ਫਿਰ ਗੁਰੂ ਕੀ ਕਰਦਾ ਹੈ? ਰਾਮ ਨਾਮ ਦਾ ਉਹਨੂੰ ਧਨ ਦਿੰਦਾ ਹੈ, ਨਾਮ ਧਨ ਦਿੰਦਾ ਹੈ, ਨਾਮ ਦੀ ਰਾਸ ਉਹਨੂੰ ਪੂੰਜੀ ਦਿੰਦਾ ਹੈ। ਫਿਰ ਕੀ ਹੁੰਦਾ ਹੈ? ਬਿਨ ਸੈ ਭ੍ਰਮ ਕੂਰਾ। ਉਹਦੇ ਅੰਦਰ ਜਿਹੜਾ ਝੂਠਾ ਭਰਮ ਹੈ ਉਹ ਖਤਮ ਹੋ ਜਾਂਦਾ ਹੈ। ਅੰਦਰੋਂ ਭਰਮ ਖਤਮ ਹੁੰਦੇ, ਲਾਈਨ ਕਲੀਅਰ ਹੋ ਜਾਂਦੀ ਹੈ। ਜੇ ਬੱਚਾ ਹੈ ਇਮਤਿਹਾਨ ਦੇਣ ਜਾ ਰਿਹਾ, ਭਰਮ ਹੈ ਮੈਂ ਪਤਾ ਨਹੀਂ ਪਾਸ ਹੋਵਾਂਗਾ ਕਿ ਨਹੀਂ ਹੋਵਾਂਗਾ। ਅਗਰ ਇਹ ਭਰਮ ਹੈ ਤਾਂ ਉਹਦੇ ਪਾਸ ਹੋਣ ਦੀ ਸੰਭਾਵਨਾ ਬੜੀ ਘੱਟ ਹੁੰਦੀ। ਤੇ ਜੇ ਉਹਨੂੰ ਸਮਝਾਇਆ ਜਾਵੇ ਤੂੰ ਭਜਨ ਤੂੰ ਮਿਹਨਤ ਕਰਦਾ ਰਿਹਾ ਹੈ, ਫਿਰ ਕੀ ਡਰਦੇ? ਮਿਹਨਤ ਕਰਦਾ ਰਹੇ ਪਾਸ ਹੋ ਜਾਏਗਾ। ਜੇ ਅੰਦਰ ਭਰਮ ਬਣਿਆ ਰਹੇ ਫਿਰ ਜਿਹੜਾ ਪ੍ਰਾਪਤੀ ਨਹੀਂ ਹੋਇਆ ਕਰਦੀ। ਜਦੋਂ ਨਾਮ ਧਨ ਗੁਰੂ ਮਹਾਰਾਜ ਦਿੰਦੇ ਨੇ, ਅੰਦਰੋਂ ਝੂਠਾ ਭਰਮ ਖਤਮ ਹੋ ਜਾਂਦਾ ਹੈ।
संत जना को मिल रहे धन धन जस गाए। फिर इहो जिहा इंसान जिन्हों नाम धन मिल जाता है, गुरु तो नाम मिल गया है, वो साधुआं संतां दी संगत आ जाता है। धन धन पा परमात्मा ते परमात्मा दा जस गाउंदा है, परमात्मा दी वडियाई करदा है। आदि पुरख अपरंपरा गुरमुख हर पाए। परमात्मा आदि पुरख है, सब तो पहला है, बाकी सारा संसार उसे तो बनया होया है। जिवें गुरु नानक देव बगदाद च गए, जिहड़ा वड्डा काजी सी दस्तगीर, वो गुरु महाराज कहते जी अल्लाह तो पहला की सी? गुरु महाराज कहते जी तुहाडे कोल मोती जां दाणे कुछ हैन, कोई लैके आओ। वो मोती ले आए। गुरु महाराज कहते दस्तगीर जी ये गिणो। वो कहता 1 2 3। गुरु महाराज कहते दस्तगीर जी ठीक गिणो। वो फिर कहता 1 2। गुरु महाराज कहते ठीक गिणो। कहता मैं ठीक ही ते गिणदा जी। कहते तुसी ते गिणती 1 तो शुरू की है, 1 तो पहला की हुंदा है? काजी कहता जी 1 तो पहला तो कुछ नहीं हुंदा। कहते बस परमात्मा तो पहला भी कुछ नहीं सी, बस जो कुछ होया उस तो बाद ही ते उस तो ही होया है। सो गुरु महाराज कहते परमात्मा आदि पुरख है, अपरंपरा हुंदा परे तो परे बेअंत। वो बेअंत है क्योंकि उसदा अंत ही कोई नहीं है। गुरमुख हर पाए। ਇਹੋ ਜੇ परमात्मा मनुख गुरु राही प्राप्त कर सकता है। गुरमुख गुरु राही, गुरु दे राही परमात्मा की प्राप्ति हुंदी है। नटुआ सांग बनाया बाजी संसारा। इनू बाजी पढ़ना जजे दे पैर बिंदी ला के। नटुआ स्वांगी, स्वांग रचते। कई बार मैं देखे गलियां च हनुमान बने हुए ने बंदे, पूछ लाई हुई है, पूछ है नहीं, पूछ लाई हुई है, सिर ते मुखौटा रखा होया भी उस तरह हनुमान दा मूँह दिसे। तुर भी पैर हथ भी हेठा रखे हुए ने, पैर भी चारा ना तुरया है जिवें डंगर तुरदा है, ऐ तुरया बाजारा च। वो स्वांगी हनुमान दा स्वांग बनाया, उन्होंने कहते नटुआ स्वांग है। 7वीं मैं पढ़दा सी, पिंड च रामलीला सी, उत्थे मैनूं सीता दा रोल दिता गया है। मैं बंदा बनया होया सीता, ये स्वांग ही है ना। सीता है नहीं पर सीता बनया होया है। इस तरह ये संसार की जो असलीयत है वो होर है, दिस होर रहा है। दिस रहा संसार सदीवी है। ये ते परमात्मा दे एक खेल है। खेल शुरू होया किसी समय खेल खत्म हो सकता है। बाजीगर बाजी पाउंदे कोई समय खेल खत्म हो जाता है। स्कूलों कई बार मदारी आ जा करते सन, मैं देखे है। उन्होंने कोले डब्बा हुंदा सी, पहला विद्यार्थी विखाउणा देखो भाई खाली है, वो पुट्ठा सीधा करके खाली है। विद्यार्थियों के सामने उन्हें एक कपड़ा काला उहदे उत्ते रखना, एक काले डंडे नूं उत्ते फेरी जाना ते मूँह च कुछ बोली जाना जिवें कोई मंत्र पढ़दा है। फिर उन्हें कपड़ा चकना, वो डब्बे चों विचों कबूतर निकल रहे हैं। कोई बेचारे कोले कबूतर नहीं सी, कुछ भी नहीं सी हुंदा। एक खेल है, देखण नूं कुछ है होर है, असलीयत होर है। जिवें कि जादूगर साडे स्कूल च आ गए, उन्हें अपना जिन्हें जमूरा कहते हैं,
ਉਹ ਲਟਾ ਲਿਆ ਸਟੇਜ ਤੇ ਮੇਜ਼ ਦੇ ਉੱਤੇ। ਕਹਿੰਦਾ ਇਹਨੂੰ ਮੈਂ ਆਰੇ ਨਾਲ ਚੀਰਾਂਗਾ ਵਿਚਾਲਿਓਂ। ਸਾਡੇ ਦੇਵ ਪ੍ਰੋਫੈਸਰ ਬੈਠੇ, ਪ੍ਰਿੰਸੀਪਲ ਬੈਠੇ, ਅਸੀਂ ਬੈਠੇ, ਵਿਚਾਲਿਓ ਚੀਰਤਾ ਆਰੇ ਨਾਲ। ਫਿਰ ਮੂੰਹ ਜੀ ਕੋਈ ਮੰਤਰ ਪੜ੍ਹਦੇ ਦੁਬਾਰਾ ਜੋੜਤਾ, ਕੁਛ ਵੀ ਚੀਰਿਆ ਨਹੀਂ ਹੋਇਆ। ਸਾਡੇ ਸਾਹਮਣੇ ਉਹ ਬੱਚੇ ਲਟਾ ਕੇ ਉਹਨੇ ਪੇੜ 'ਚ ਛੁਰਾ ਮਾਰਿਆ, ਉਹ ਬਾਹਰ ਛੁਰਾ ਕੱਢਿਆ, ਲੱਥ ਪੱਥ ਖੂਨ ਨਾਲ ਹੋਇਆ ਹੋਇਆ। ਅਸੀਂ ਕਹਿ ਲਾ ਮਰ ਗਿਆ। ਉਹ ਕਹੋ ਜਮੂਰੇ ਉੱਠ ਉੱਠ ਪਿਆ। ਇੱਕ ਖੇਲ ਹੈ। ਉਹ ਬਾਅਦ 'ਚ ਪਤਾ ਲੱਗਾ ਕਿ ਜਿਹੜਾ ਹੈ ਉਹਨਾਂ ਨੇ ਅੰਦਰ ਰੰਗ ਰੱਖਿਆ ਉਸ ਵਿੱਚ। ਉਹਦੇ ਬੱਚੇ ਦੇ ਉੱਤੇ ਕੋਈ ਚੀਜ਼ ਬੰਨੀ ਹੋਈ ਸੀ ਢਿੱਡ ਤੇ, ਜਿਵੇਂ ਢਿੱਡ ਤੇ ਲੋਹਾ ਬੰਦਾ ਬੰਨ ਲੈ ਵੀ ਕੋਈ ਛੁਰਾ ਅੱਗੇ ਤੱਕ ਨਾ ਜਾਵੇ। ਉੱਤੇ ਉਹ ਜਿਹੜਾ ਰੰਗ ਰੋਗ ਜਿਹਾ ਉਸ ਤਰ੍ਹਾਂ ਬਾਹਰ ਨਿਕਲ ਕੇ ਉੱਤੇ ਕੱਪੜਾ ਪਾਤਾ ਉਹਨੇ ਜੇ ਛੁਰਾ ਮਾਰਿਆ ਉਹ ਲੋਹੇ ਤੱਕ ਹੀ ਰਿਹਾ, ਪੇੜ ਤੱਕ ਨਹੀਂ ਗਿਆ। ਪਰ ਉਹ ਜਿਹੜਾ ਰੰਗ ਸੀ ਉਹ ਜਿਹੜਾ ਸੀ ਕੁਛ ਉਹ ਛੁਰੇ ਲੱਗ ਗਿਆ ਤੇ ਉਹ ਕਹਿੰਦੇ ਓਹੋ ਮਰ ਗਿਆ, ਮਰ ਗਿਆ। ਇਹ ਸਵਾਂਗ ਹੈ, ਇਹ ਜਾਦੂ ਦਾ ਖੇਲ ਹੈ, ਇਹ ਸੱਚ ਨਹੀਂ ਹੈ। ਇਸੇ ਤਰ੍ਹਾਂ ਹੀ ਜਿਵੇਂ ਸਵਾਂਗੀ ਸਵਾਂਗ ਰਚਦਾ ਹੈ, ਐਂ ਇਹ ਸੰਸਾਰ ਵੀ ਬਾਜ਼ੀ ਹੈ। ਖਿਨ ਪਲ ਬਾਜ਼ੀ ਦੇਖੀਏ। ਆਪਾਂ ਤਮਾਸ਼ਾ ਥੋੜੀ ਜਿਹੀ ਦੇਰ ਵੇਖਦੇ ਹਾਂ, ਫਿਰ ਉਹ ਤਮਾਸ਼ਬੀਨ ਜਿਹੜਾ ਹੈ ਆਪਣਾ ਸਮਾਨ ਜਿਹਾ ਇਕੱਠਾ ਕਰਦਾ ਤੁਰ ਜਾਂਦਾ ਹੈ। ਇਸੇ ਤਰ੍ਹਾਂ ਇਹ ਸੰਸਾਰ ਦੀ ਜਿਹੜੀ ਬਾਜ਼ੀ ਖੇਡ ਹੈ ਥੋੜੇ ਸਮੇਂ ਲਈ ਹੈ। ਉਜਰਤ ਨਹੀਂ ਬਾਰਾ, ਇਹਨੂੰ ਉਜੜਦਿਆਂ ਹੋਇਆਂ ਦੇਰ ਨਹੀਂ ਲੱਗਦੀ। 12 ਦੇ ਇਹਨੂੰ ਦੇਰ ਨਹੀਂ ਲੱਗਦੀ, ਕਦੋਂ ਖਤਮ ਹੋ ਜਾਣਾ ਹੈ। ਅਸੀਂ ਇਸ ਬਾਜ਼ੀ ਦੇ ਇੱਕ ਮੈਂਬਰ ਹਾਂ, ਅਸੀਂ ਉਸ ਤਮਾਸ਼ੇ ਦੇ ਇੱਕ ਮੈਂਬਰ ਹਾਂ। ਪਤਾ ਨਹੀਂ ਕਦੋਂ ਇੱਥੋਂ ਤੁਰ ਜਾਣਾ, ਤਮਾਸ਼ਾ ਜ਼ਿੰਦਗੀ ਦਾ ਖਤਮ ਹੋ ਜਾਣਾ ਹੈ। ਹਉਮੈ ਚੌਪੜ ਖੇਲਣਾ ਝੂਠੇ ਅਹੰਕਾਰਾ। ਅਹੰਕਾਰਾ ਸੰਸਕ੍ਰਿਤ ਦਾ ਸ਼ਬਦ ਹੈ, ਇਹਨੂੰ ਅਹੰਕਾਰਾ ਨਹੀਂ ਪੜਨਾ। ਹੰਕਾਰ ਦਾ ਫਿਰ ਜੇ ਆੜਾ ਅੱਗੇ ਲਾ ਵਿਰੋਧੀ ਸ਼ਬਦ ਹੋ ਜਾਏਗਾ। ਇਹ ਇੱਕੋ ਸ਼ਬਦ ਹੈ ਅਹੰਕਾਰਾ, ਪੂਰਾ ਅਹਿਮ ਕਰ। ਉਹ ਤਾਂ ਛੋਟਾ ਬਣਾ ਅਹੰਕਾਰਾ, ਹੰਕਾਰ। ਆੜੇ ਨੂੰ ਦਿਲਾਵਾਂ ਨਾਲ ਬਿੰਦੀ ਹਾਹਾ, ਇਸ ਤਰ੍ਹਾਂ ਬੋਲਣਾ ਅਹੰਕਾਰ। ਇਹ ਜਿਹੜਾ ਚੌਪੜ ਹੈ ਜੀਵਨ ਦੀ ਜਿਹੜੀ ਖੇਡ ਹੈ, ਇਹ ਮਨੁੱਖ ਝੂਠੇ ਹੰਕਾਰ ਚਾ ਕੇ, ਝੂਠੀ ਹਉਮੈ ਚਾ ਕੇ ਖੇਡ ਰਿਹਾ ਹੈ। ਪਰ ਸਭ ਜਗ ਹਾਰੈ ਸੋ ਜਿਨੇ। ਇਹ ਜ਼ਿੰਦਗੀ ਦੀ ਚੌਪੜ ਦੀ ਖੇਡ ਜਿਹੜੀ ਸਾਰਾ ਸੰਸਾਰ ਹਾਰ ਜਾਂਦਾ ਹੈ। ਕੌਣ ਜਿੱਤਦਾ? ਗੁਰ ਸ਼ਬਦ ਵਿਚਾਰ, ਜਿਹੜਾ ਗੁਰੂ ਦੇ ਸ਼ਬਦ ਦਾ ਜਪ ਕਰਦਾ, ਜਿਹੜਾ ਨਾਮ ਜਪਦਾ ਹੈ, ਉਹ ਜੀਵਨ ਬਾਜ਼ੀ ਜਿੱਤਦਾ ਹੈ, ਬਾਕੀ ਸਭ ਹਾਰ ਕੇ ਤੋਂ ਚਲੇ ਜਾਂਦੇ। ਇਸ ਲਈ ਭਾਈ ਨਾਮ ਜਪਿਆ ਕਰੋ ਤਾਂ ਜੋ ਆਪਣੇ ਛਿੱਤਰ ਛੁੱਤਰ ਨਾ ਪੈਣ ਉੱਥੇ। ਜਦੋਂ ਪਤਾ ਲੱਗ ਜੇ ਫਿਰ ਲਾਪਰਵਾਹੀ ਨਹੀਂ ਕਰੀਦੀ। ਜਿੰਨਾ ਚਿਰ ਕਿਸੇ ਚੀਜ਼ ਦਾ ਪਤਾ ਨਹੀਂ ਉਹ ਗੱਲ ਵੱਖਰੀ ਹੈ। ਜਦੋਂ ਪਤਾ ਲੱਗ ਗਿਆ ਫਿਰ ਕੋਈ ਸਧਾਰਨ ਬੰਦਾ ਨਹੀਂ ਕਹਿ ਰਿਹਾ ਅਸੀਂ ਤੁਸੀਂ ਇੱਕ ਦੂਜੇ ਨੂੰ ਕਈ ਹੋਰ ਗੱਲ ਹੈ, ਤੇ ਗੁਰੂ ਮਹਾਰਾਜ ਕਹਿ ਰਹੇ ਨੇ, ਤੇ ਉਹ ਤੇ ਆਪ ਕਹਿੰਦੇ ਮੈਂ ਨਹੀਂ ਕਹਿ ਰਿਹਾ, ਜੋ ਪਰਮਾਤਮਾ ਮੈਨੂੰ ਕਹਿ ਰਿਹਾ ਮੈਂ ਤੇ ਉਹ ਬੋਲ ਰਿਹਾ ਹਾਂ। ਦੇਖਣ ਨੂੰ ਇਹ ਗੁਰਬਾਣੀ ਹੈ, ਪਰ ਹੈ ਰੱਬੀ ਬਾਣੀ ਹੈ। ਇਹ ਰੱਬੀ ਵਿਚਾਰ ਨੇ, ਤੇ ਰੱਬੀ ਵਿਚਾਰ ਬਦਲਿਆ ਨਹੀਂ ਕਰਦੇ। ਕਿਉਂਕਿ ਜੇ ਬਦਲਦੇ ਹੁੰਦੇ ਤਾਂ ਫਿਰ ਗੁਰੂ ਮਹਾਰਾਜ ਨੇ ਆਪਣੇ ਸਪੁੱਤਰ ਨੂੰ ਬੇਦਖਲ ਕਰਨ ਦੀ ਲੋੜ ਨਹੀਂ ਸੀ ਰਾਮ ਰਾਏ ਨੂੰ। ਇਹ ਨਹੀਂ ਬਦਲਣੀ ਕਹਿੰਦੇ। ਯੁੱਗ ਬਦਲਦੇ ਰਹਿਣਗੇ, ਸਮਾਂ ਬਦਲਦਾ ਰਹੇਗਾ। ਕਹਿੰਦੇ ਇਹ ਸਿੱਖਾਂ ਦੇ ਗੁਰੂ ਗੁਰਬਾਣੀ ਹੀ ਰਹੇਗੀ, ਇਹ ਨਹੀਂ ਬਦਲੇਗੀ। ਇਸ ਲਈ ਸਾਰੇ ਲੋਕ ਜੀਵਨ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ ਨੇ, ਪਰ ਜਿਹੜੇ ਗੁਰੂ ਦੇ ਸ਼ਬਦ ਦਾ ਜਾਪ ਕਰਦੇ ਨੇ ਉਹ ਬਾਜ਼ੀ ਜਿੱਤ ਕੇ ਜਾਂਦਾ। ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ। ਅੰਧਲੇ ਅੰਨੇ ਨੂੰ ਕਹਿੰਦੇ ਨੇ, ਟੋਹਣੀ ਸੋਟੀ ਹੁੰਦੀ ਹੈ,
ਜਿਵੇਂ ਕਹਿੰਦੇ ਅੰਨੇ ਦੀ ਡੰਗੋਰੀ ਹੈ ਜੀ। ਪਾਕਿਸਤਾਨ ਡੰਗੋਰੀ ਸ਼ਬਦ ਵਰਤਦੇ ਸੀ, ਇੱਧਰ ਖੂੰਡੇ ਸੋਟੀ ਕੁਛ ਵੀ ਵਰਤਦੇ। ਅੰਨਿਆਂ ਕੋਲ ਆਮ ਤੌਰ 'ਤੇ ਸੋਟੀ ਹੁੰਦੀ ਹੈ, ਉਹਨੂੰ ਕਹਿੰਦੇ ਟੋਣੀ, ਭਾਵ ਟੋ ਟੋ ਕੇ ਅੱਗੇ ਚੱਲਦੇ ਧਰਤੀ ਲਾ ਵੀ ਅੱਗੇ ਚੀਜ਼ ਕੋਈ ਹੈ ਤਾਂ ਨਹੀਂ ਵੀ ਅਸੀਂ ਕਿਤੇ ਵਿੱਚ ਨਾ ਜਾ ਵੱਜੀਏ, ਜਾਂ ਅੱਗੇ ਕੋਈ ਟੋਇਆ ਨਾ ਹੋਵੇ, ਕੁਛ ਨਾ ਹੋਵੇ। ਮੰਨ ਲਓ ਕੱਲਾ ਅੰਨਾ ਜਾ ਰਿਹਾ, ਸੋਟੀ ਉਹਦੇ ਕੋਲ ਹੈ, ਅੱਗੇ ਸੋਟੀ ਲਾਈ ਜਾਏਗਾ, ਤੁਰਿਆ ਜਾਏਗਾ ਤੁਰਿਆ ਜਾਏਗਾ। ਜਿਵੇਂ ਅੰਨੇ ਦੇ ਹੱਥ 'ਚ ਸੋਟੀ ਹੁੰਦੀ ਹੈ, ਹਰ ਨਾਮ ਹਮਾਰਾ, ਸਾਡੇ ਲਈ ਪਰਮਾਤਮਾ ਦਾ ਨਾਮ ਹੀ ਟੋਣੀ ਹੈ। ਅੰਨੇ ਲਈ ਸੋਟੀ ਟੋਣੀ ਹੈ, ਸਾਡੇ ਲਈ ਪਰਮਾਤਮਾ ਦਾ ਨਾਮ ਹੀ ਟੋਣੀ। ਉਹਨੂੰ ਸੋਟੀ ਦਾ ਆਸਰਾ ਹੈ ਕਿ ਸਾਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੈ। ਰਾਮ ਨਾਮ ਹਰ ਟੇਕ ਹੈ, ਨਿਸ ਦੌਤ ਸਵਾਰੈ। ਜਿਹਨੂੰ ਪਰਮਾਤਮਾ ਦੇ ਨਾਮ ਦੀ ਟੇਕ ਹੁੰਦੀ ਹੈ, ਓਟ ਆਸਰਾ ਹੁੰਦਾ ਨਾ, ਉਹ ਤਾਂ ਫਿਰ ਨਿਸ ਰਾਤ ਦੌਤ ਦਿਨ ਸਵਾਰੈ ਸਵੇਰੇ। ਉਹ ਤੇ ਰਾਤ ਹੋਵੇ, ਦਿਨ ਹੋਵੇ, ਸਵੇਰ ਵੇਲਾ ਹੋਵੇ, ਉਹ ਤੇ ਪਰਮਾਤਮਾ ਦੇ ਨਾਮ ਜਪਦਾ ਹੀ ਰਹਿੰਦਾ ਹੈ, ਕਿਉਂਕਿ ਉਹਨੂੰ ਪਰਮਾਤਮਾ ਦੇ ਨਾਮ ਦੀ ਟੇਕ ਹੁੰਦੀ ਹੈ, ਓਟ ਆਸਰਾ ਹੁੰਦਾ ਹੈ। ਜਿਉਂ ਤੂੰ ਰਾਖੇ ਤਿਉਂ ਰਹਾਂ, ਹਰ ਨਾਮ ਆਧਾਰਾ। ਹੈ ਪਰਮਾਤਮਾ, ਜਿਵੇਂ ਤੂੰ ਰੱਖੇਗਾ ਮੈਂ ਉਵੇਂ ਹੀ ਰਹਾਂਗਾ। ਹਰੀ ਦਾ ਨਾਮ ਸਾਡੇ ਜੀਵਨ ਦਾ ਆਧਾਰ ਹੈ, ਸਾਡਾ ਜੀਵਨ ਹਰੀ ਦੇ ਨਾਮ ਤੇ ਟਿਕਿਆ ਹੋਇਆ ਹੈ। ਜਿਵੇਂ ਤੂੰ ਰੱਖੇਗਾ ਉਵੇਂ ਅਸੀਂ ਰਹਿਣ ਨੂੰ ਤਿਆਰ ਹੋਵੋ ਨਾ ਹੋ। ਪਰਮਾਤਮਾ ਨੇ ਜਿਵੇਂ ਸਾਨੂੰ ਰੱਖਣਾ ਉਵੇਂ ਸਾਨੂੰ ਰਹਿਣਾ ਪੈਣਾ, ਅਸੀਂ ਚੀਂ ਫੀ ਨਹੀਂ ਕਰ ਸਕਦੇ। ਤੇ ਫਿਰ ਜਿਹੜੇ ਬ੍ਰਹਮ ਗਿਆਨ ਨੂੰ ਪਤਾ ਹੈ ਬਈ ਉਹਨੇ ਆਪਣੀ ਗੱਲ ਮਨਵਾ ਲੈਣੀ ਹੈ ਪਰਮਾਤਮਾ ਨੇ, ਉਹ ਪਹਿਲਾਂ ਹੀ ਮੰਨ ਲੈਂਦੇ, ਚੰਗਾ ਜਿਵੇਂ ਤੁਹਾਡੀ ਮਰਜ਼ੀ ਹੈ ਉਵੇਂ ਰੱਖੋ। ਅਸੀਂ ਰਹਿ ਤਾਂ ਲੈਨੇ, ਪਰ ਅਸੀਂ ਰੋਂਦੇ ਪਿੜਦੇ ਰਹਿੰਦੇ ਵੀ ਐਂ ਕਿਉਂ ਹੋਇਆ ਜੀ, ਸਾਡਾ ਐ ਨਹੀਂ ਸੀ ਹੋਣਾ ਚਾਹੀਦਾ। ਰੋਈ ਪਿੱਟੀ ਜਾ, ਉਹਨੇ ਜੋ ਕਰਨਾ ਹੈ ਉਹਨੇ ਕਰ ਹੀ ਦੇਣਾ। ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ। ਜਿਹੜਾ ਪਰਮਾਤਮਾ ਦਾ ਗਿਆਨ ਭਗਤ ਹੁੰਦਾ, ਸਖਾਈ ਹੁੰਦਾ ਸਖਾ ਮਿੱਤਰ। ਪਰਮਾਤਮਾ ਦਾ ਨਾਮ ਅਸਲ ਵਿੱਚ ਸਾਡਾ ਮਿੱਤਰ ਹੈ। ਜਿਹੜਾ ਪਰਮਾਤਮਾ ਦਾ ਭਗਤ ਹੁੰਦਾ ਹੈ ਉਹਦਾ ਮਿੱਤਰ ਪਰਮਾਤਮਾ ਦਾ ਨਾਮ ਹੁੰਦਾ ਹੈ। ਅੰਤਲੇ ਸਮੇਂ ਫਿਰ ਉਹ ਨਾਮ ਜਿਹੜਾ ਹੈ ਮਨੁੱਖ ਨੂੰ ਮੁਕਤੀ ਦਿੰਦਾ ਹੈ। ਨਾਮ ਹੀ ਮੁਕਤੀ ਦਾ ਦੁਆਰਾ ਬਣਦਾ ਹੈ। ਨਾਮ ਰਾਹੀਂ ਮਨੁੱਖ ਨੂੰ ਮੁਕਤੀ ਮਿਲਦੀ ਹੈ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜਨਮ ਮਰਨ ਦੁੱਖ ਮੇਟਿਆ, ਜਪ ਨਾਮ ਮੁਰਾਰੇ। ਮੁਰਾਰੇ ਪਰਮਾਤਮਾ ਨੂੰ ਕਹਿੰਦੇ, ਮੁਰਾਰੀ ਜਿਹਨੂੰ ਕਹਿੰਦੇ। ਪਰਮਾਤਮਾ ਦਾ ਨਾਮ ਜਪ ਕੇ, ਜਪ ਨਾਮ ਮੁਰਾਰੇ, ਜਪ ਪੱਪੇ ਨੂੰ ਸਿਹਾਰੀਏ, ਜਪ ਕੇ। ਜਿਵੇਂ ਕਹਿੰਦੇ ਸਲਾਹੇ, ਹਾਹੇ ਨੂੰ ਸਿਹਾਰੀ ਦਿੰਦੇ, ਸਲਾਹ ਕੇ, ਸਿਰਫ ਸਲਾਹ ਕਰਕੇ, ਇਸ ਨਾਮ ਜਪ ਕੇ। ਪਰਮਾਤਮਾ ਦਾ ਨਾਮ ਜਪ ਕੇ ਜਨਮ ਮਰਨ ਦੁੱਖ ਮਿਟੇ। ਜੰਮਣ ਮਰਨ ਜਿਹੜਾ ਦੁੱਖ ਹੈ ਉਹ ਖਤਮ ਹੋ ਜਾਂਦਾ। ਫਿਰ ਜਿਹੜਾ ਹੈ ਦੁੱਖ ਨਹੀਂ ਲੱਗਦਾ। ਖਿਆਲ ਰੱਖਣਾ, ਬ੍ਰਹਮ ਗਿਆਨ ਦੀ ਅਵਸਥਾ ਤੇ ਜਾ ਕੇ ਦੁੱਖ ਤੇ ਜ਼ਿੰਦਗੀ 'ਚ ਆਉਂਦੇ ਨੇ, ਪਰ ਉਹਨੂੰ ਦੁੱਖ ਲੱਗਦਾ ਨਹੀਂ ਹੈ। ਕਿਉਂ? ਉਹਦਾ ਸਰੀਰ ਅਤੇ ਸੂਖਸ਼ਮ ਸਰੀਰ ਅਲੱਗ ਹੋ ਚੁੱਕੇ ਹੁੰਦੇ ਹਨ। ਜਦੋਂ ਸਾਡਾ ਸਥੂਲ ਸਰੀਰ ਅਤੇ ਸੂਖਸ਼ਮ ਸਰੀਰ ਅੱਡ ਹੋ ਜਾਣ ਤਾਂ ਸਥੂਲ ਸਰੀਰ ਦਾ ਅਸਰ ਸੂਖਸ਼ਮ ਤੇ ਨਹੀਂ ਹੁੰਦਾ ਤੇ ਸੂਖਸ਼ਮ ਸਰੀਰ ਦਾ ਅਸਰ ਸਥੂਲ ਤੇ ਨਹੀਂ ਹੁੰਦਾ, ਕਿਉਂਕਿ ਦੋਨੋਂ ਅੱਡ ਹੋ ਗਏ। ਸਰੀਰ ਨੂੰ ਡਾਂਗਾਂ ਨਾਲ ਕੁੱਟੀ ਜਾਓ, ਜਿਸਨੇ ਹਾਏ ਕਰਨਾ ਸੀ, ਰੋਣਾ ਸੀ, ਉਹ ਤੇ ਅਲੱਗ ਹੋ ਚੁੱਕਾ ਹੈ,
ਮਨ ਤਤੀ ਤਵੀ ਤੇ ਬਿਠਾ ਦਿੱਤਾ ਗਿਆ ਹੈ। ਅਗਰ ਗੁਰੂ ਮਹਾਰਾਜ ਚਾਹੁੰਦੇ ਆਪਣੇ ਸੂਖਸ਼ਮ ਸਰੀਰ ਨੂੰ ਵਿੱਚੋਂ ਕੱਢ ਕੇ ਸਾਹਮਣੇ ਬਹਿ ਸਕਦੇ ਸਨ। ਆਪਣਾ ਦੇਖੀ ਜਾਂਦੇ ਵੀ ਆ ਦੇਖੋ ਸਰੀਰ ਨੂੰ ਸਾੜ ਰਹੇ। ਜਦੋਂ ਸੂਖਸ਼ਮ ਸਰੀਰ ਵਿੱਚੋਂ ਕੱਢ ਕੇ ਪਰਾਂ ਰੱਖ ਲੈਣਾ ਹੈ, ਇਸ ਸਥੂਲ ਸਰੀਰ ਨੂੰ ਜੋ ਮਰਜ਼ੀ ਕਰ ਜੋ, ਕੋਈ ਅਸਰ ਹੀ ਨਹੀਂ ਹੋਣਾ, ਕੋਈ ਦੁੱਖ ਕੋਈ ਤਕਲੀਫ ਕੁਛ ਨਹੀਂ ਹੋਣਾ, ਕਿਉਂਕਿ ਜਿਹਨੇ ਦੁੱਖ ਮੰਨਣਾ ਸੀ ਉਹ ਤੇ ਅਲੱਗ ਹੋ ਚੁੱਕਾ ਹੈ। ਇਸ ਲਈ ਪਰਮਾਤਮਾ ਦਾ ਨਾਮ ਹੀ ਅਸਲ ਸਾਡਾ ਮਿੱਤਰ ਹੈ। ਪਰਮਾਤਮਾ ਦਾ ਨਾਮ ਹੀ ਸਾਡੇ ਜੰਮਣ ਮਰਨ ਦਾ ਦੁੱਖ ਮਿਟਾਉਂਦਾ ਹੈ। ਨਾਨਕ ਨਾਮ ਨਾ ਵੀਸਰੈ ਪੂਰਾ ਗੁਰ ਤਾਰੇ। ਜਿਹਨੂੰ ਪਰਮਾਤਮਾ ਦਾ ਨਾਮ ਨਹੀਂ ਨਾ ਵਿਸਰਦਾ, ਪੂਰਾ ਗੁਰੂ ਉਹਦਾ ਪਾਰ ਉਤਾਰਾ ਕਰ ਦਿੰਦਾ ਸੀ, ਉਸ ਨੂੰ ਇਸ ਭਾਵ ਸਾਗਰ ਤੋਂ ਪਾਰ ਕਰ ਦਿੰਦਾ। ਸੋ ਨਾਮ ਭੁੱਲਣਾ ਨਹੀਂ ਚਾਹੀਦਾ। ਬੈਠੇ ਹੋ ਤਾਂ ਵੀ ਨਾਮ ਯਾਦ ਆਉਣਾ ਚਾਹੀਦਾ, ਜਪਣਾ ਭਾਈ। ਲੇਟੇ ਹੋਏ ਹੋ, ਹਾਂ ਨਾਮ ਜਪਣਾ ਹੈ। ਇੱਕ ਗੁਰਮੁਖ ਪਿਆਰਾ ਹੈ, ਉਹ ਬੀਬੀ ਨੇ ਮੈਨੂੰ ਸੁਣਿਆ, ਉਹਨਾਂ ਦੇ ਪਿਤਾ ਨੇ, ਉਹ ਕਹਿੰਦੇ ਕੋਈ ਸੰਸਾਰਕ ਗੱਲ ਪਰਿਵਾਰ ਨਾਲ ਨਹੀਂ ਕਰਦੇ, ਕਹਿੰਦੇ ਕਿਸੇ ਦੀ ਗੱਲ ਨਹੀਂ ਕਰਿਆ ਕਰਦੇ, ਆਪਸ ਵਿੱਚ ਗੱਲਾਂ ਬਾਤਾਂ ਕਰੋ ਬਸ। ਕਿਸੇ ਦੀ ਗੱਲ ਕਰੋਗੇ ਤੁਸੀਂ ਨਿੰਦਿਆ ਕਰੋਗੇ, ਕਹਿੰਦੇ ਕਿਸੇ ਦੀ ਗੱਲ ਕਰਨ ਦੀ ਲੋੜ ਨਹੀਂ। ਪਰਿਵਾਰ ਬੈਠੋ ਆਪਸ ਵਿੱਚ ਹੱਸੋ ਖੇਡੋ ਚੁੱਕੋ, ਕਿਸੇ ਦੀ ਕੋਈ ਗੱਲ, ਜੇ ਕੋਈ ਗੱਲ ਕਰਦਾ ਰੋਕ ਦਿੰਦੇ ਤੇ ਕਿਸੇ ਦੀ ਗੱਲ ਨਹੀਂ ਕਰੀ ਦਿੰਦੇ, ਆਪਣਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੀਦਾ ਹੁੰਦਾ। ਸਮਾਂ ਨਹੀਂ ਕਹਿੰਦੇ ਨਸ਼ਟ ਕਰੀਦਾ ਹੁੰਦਾ, ਉਹ ਕਰਨ ਨਹੀਂ ਦਿੰਦੇ, ਕਿਸੇ ਦੀ ਗੱਲ ਨਹੀਂ ਕਰ ਦਿੰਦੇ। ਉਹ ਜੀ ਫਲਾਣਾ ਇਹੋ, ਉਹ ਕਹਿੰਦੇ ਖਬਰਦਾਰ, ਕਿਸੇ ਦਾ ਕਿਆ ਮਤਲਬ ਹੈ। ਤੁਸੀਂ ਦੂਜੇ ਚੁਗਲੀ ਨਿੰਦਿਆ ਕਰੋਗੇ, ਆਪਣਾ ਟਾਈਮ ਖਰਾਬ ਕਰੋਗੇ, ਮਿਲਣਾ ਮਿਲਾਉਣਾ ਤੁਹਾਨੂੰ ਕੀ ਹੈ। ਨਾਮ ਜਪੋ ਆਪਣਾ, ਨਾਮ ਜਪੋ। ਇਸ ਕਰਕੇ ਸਮਾਂ ਕੀਮਤੀ ਹੈ। ਜਦੋਂ ਗਿਆਨ ਹੋ ਜਾਏਗਾ ਨਾ, ਸਮਾਂ ਕੀਮਤੀ ਹੈ। ਤੇ ਕੀਮਤੀ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਜਾਂਦਾ ਹੈ। ਘਰ 'ਚ ਲੋਹਾ ਪਿਆ ਹੈ, ਉਹਨੂੰ ਤੁਸੀਂ ਜੰਦਰੇ ਲਾ ਕੇ ਨਹੀਂ ਰੱਖੋਗੇ। ਸੋਨਾ ਹੈ, ਅੰਡਰ ਲੌਕ ਐਂਡ ਕੀ ਰੱਖੋਗੇ, ਕੀਮਤੀ ਹੈ ਨਾ। ਪਰਮਾਤਮਾ ਦਾ ਨਾਮ ਕੀਮਤੀ ਹੈ। ਇਸ ਕਰਕੇ ਨਾਮ ਜਪਦੇ ਰਹਿਣਾ ਜਿੰਨਾ ਵੀ ਸਮਾਂ ਮਿਲੇ, ਕਿਉਂਕਿ ਫਜ਼ੂਲ ਦੀਆਂ ਗੱਲਾਂ ਬਾਤਾਂ ਆਪਾਂ ਤਾਂ ਕੀ ਕੋਈ ਕੂੜ ਕਬਾੜ ਜਾਂ ਇਹਦੇ ਵਿੱਚ ਵੇਖਦੇ ਨੇ, ਮੋਬਾਈਲ 'ਚ ਜਵਾਕ ਜੇ ਕੀਮਤੀ ਸਮੇਂ ਨੂੰ ਨਸ਼ਟ ਕਰ ਦਿੰਦੇ ਨੇ। ਸਮੇਂ ਨੇ ਮੁੜ ਕੇ ਨਹੀਂ ਆਉਣਾ, ਸਮਾਂ ਮੁੜ ਕੇ ਨਹੀਂ ਆਇਆ ਕਰਦਾ। ਜਿਹੜਾ ਗਿਆ ਬਸ ਗਿਆ, ਸਿਰਫ ਫਿਰ ਮਗਰੋਂ ਪਛਤਾਵਾ ਰਹਿ ਜਾਂਦਾ। ਜੇ ਐਂ ਕਰ ਲੈਂਦੇ, ਜੇ ਆਹ ਕਰ ਲੈਂਦੇ, ਉਹ ਜੇ ਨਾਲ ਹੁਣ ਕੀ ਬਣਦਾ ਹੈ, ਸਮਾਂ ਹੀ ਲੰਘ ਗਿਆ। ਸੋ ਜਦੋਂ ਸੋਝੀ ਆ ਜਾਏ ਫਿਰ ਉਹਦਾ ਲਾਭ ਉਠਾਉਣਾ ਚਾਹੀਦਾ। ਚਲੋ ਠੀਕ ਹੈ, ਜਿੰਨਾ ਚਿਰ ਮਨੁੱਖ ਅਗਿਆਨੀ ਹੈ, ਗਿਆਨ ਹੀ ਨਹੀਂ ਹੈ, ਉਹ ਗੱਲ ਵੱਖਰੀ ਹੈ। ਆਸਾ ਮਹਿਲਾ ਤੀਜਾ, ਅਸ਼ਟਪਦੀਆਂ ਕਰ ਦੂਜਾ। ਹੁਣ ਤੀਸਰੇ ਪਾਤਸ਼ਾਹ ਦੀ ਬਾਣੀ ਹੈ। ਇਹ ਅਸ਼ਟਪਦੀਆਂ ਦੇ ਵਿੱਚ ਹੈ। ਅਸ਼ਟ ਸੰਸਕ੍ਰਿਤ ਦਾ ਸ਼ਬਦ ਹੈ। ਅਸ਼ਟ ਮੈਨੇ 8, ਆੜਾ ਅੱਧਾ ਸ਼ਸ਼ਾ, ਉਹ ਜਿਹੜਾ ਪੇਟ ਪਾਟੇ ਵਾਲਾ ਹੁੰਦਾ, ਉਹ ਪੱਪਾ ਜਿਹਾ ਪਾ ਕੇ ਤੇ ਦਪਾ ਵਿਚਾਰ ਕੇ ਐਂ ਦਾ ਕੱਟਿਆ ਹੁੰਦਾ, ਉਹ ਸ਼ਸ਼ਾ ਹੁੰਦਾ। ਅਸ਼ਟ ਜਿਵੇਂ ਖਸ਼ਟ 6, ਉਹ ਨਾ ਕਿਨ ਪਤਾ ਉਨ ਕਰਕੇ ਵੀ ਹਿੰਦੀ ਹੈ, ਖਸ਼ਟ ਹੈ। ਖਸ਼ਟ ਰਾਗ ਉਨ ਗਾਏ, ਉਹ ਆਰਡਰ ਕਰਦੇ, ਪੂਰਾ ਸ਼ਸ਼ਾ ਪੜ੍ਹ ਦਿੰਦੇ। ਖਸ਼ਟ ਰਾਗ ਉਨ ਗਾਏ ਨਹੀਂ, ਖਸ਼ਟ ਰਾਗ ਉਨ ਗਾਏ। ਜਿਵੇਂ ਵਸਤੂ ਪੂਰਾ ਪੜ੍ਹਦੇ ਨੇ। ਵਸਤੂ ਪੰਜਾਬੀ ਦਾ ਸ਼ਬਦ ਨਹੀਂ ਹੈ, ਇਹ ਹਿੰਦੀ ਦਾ। ਹਿੰਦੀ 'ਚ ਅੱਧਾ ਸਸਰ ਵਸਤੂ, ਵਸਤੂ ਨਹੀਂ ਵਸਤੂ, ਖਸ਼ਟ ਨਹੀਂ ਖਸ਼ਟ।
ਇੰਨਾ ਜਰਾ ਟੀਚਿੰਗ ਮਹਿਕਮੇ ਜਰਾ ਇਹ ਫਾਇਦਾ ਹੁੰਦਾ, ਕਈ ਜ਼ਬਾਨਾਂ ਬੰਦਾ ਪੜ੍ਹ ਪੁੜ ਲੈਂਦਾ, ਕਿਉਂ ਉਹਦੇ ਕੋਲ ਟਾਈਮ ਵੀ ਹੁੰਦਾ, ਵੇਲ ਵੀ ਹੁੰਦੀ ਹੈ, ਲਾਇਬ੍ਰੇਰੀਆਂ ਵੀ ਸਕੂਲਾਂ ਕਾਲਜਾਂ 'ਚ ਹੁੰਦੀਆਂ। ਅਗਰ ਬੰਦੇ ਨੂੰ ਸ਼ੌਕ ਹੋਵੇ ਗਿਆਨ ਦਾ, ਜਿਹੜਾ ਪੀਰੀਅਡ ਵੇਕੈਂਟ ਆਉਂਦਾ ਲਾਇਬ੍ਰੇਰੀ ਜਾ ਬੈਠੋ, ਪਰ ਨਹੀਂ ਸਟਾਫ ਰੂਮ 'ਚ ਬਹਿ ਕੇ ਗੱਪਾਂ ਮਾਰੀ ਜਾਂਦੇ, ਗੱਲਾਂ ਮਾਰੀ ਜਾਂਦੇ। ਗਿਆਨ ਨਹੀਂ ਵਧਾਉਣਾ, ਬਸ ਜਿੱਥੇ ਹੈ ਉਹੀ ਬੇਹਾ ਗਿਆਨ ਹੋ ਜਾਂਦਾ। ਗੁਰੂ ਮਾ ਤੀਸਰੇ ਪਾਤਸ਼ਾਹ ਕਹਿੰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਪਰਮਾਤਮਾ। ਗੁਰੂ ਨਾਨਕ ਦੇਵ ਜੀ ਵੇਲੇ ਹਰ ਇੱਕ ਨੂੰ ਭਗਵਾਨ ਕਹਿੰਦੇ ਸਨ। ਇਹ ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਭਗਵਾਨ ਜਿਹੜਾ ਹੈ ਵਿਸ਼ਨੂੰ, ਇਸ ਤਰ੍ਹਾਂ ਕਿੰਨੇ ਹੀ ਭਗਵਾਨ ਸਨ। ਗੁਰੂ ਨਾਨਕ ਦੇਵ ਕਹਿੰਦੇ ਭਗਵਾਨ ਇੱਕੋ ਹੀ ਹੁੰਦਾ, ਭਗਵਾਨ ਇੱਕੋ ਹੀ ਹੈ। ਇਸ ਕਰਕੇ ਉਹਨਾਂ ਨੂੰ ਏਕਾ ਅੱਗੇ ਲਾਉਣਾ ਪਿਆ ਵੀ ਕਿਤੇ ਕਈ ਨਾ ਭਗਵਾਨ ਸਮਝ ਲੈਣ। ਇੱਕੋ ਓੰਕਾਰ ਪਰਮਾਤਮਾ ਇੱਕ ਹੈ। ਸਤਿਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਸਤ ਬੇਦ ਸਿਮਰਤ ਸਾਰ ਤੇਰਾ, ਸੁਰ ਸ੍ਰੀ ਚਰਨ ਸਮਾਣੀ। ਸ਼ਾਖਾਂ ਤੀਨ ਮੂਲ ਮਤ ਰਾਵੈ, ਤੂੰ ਤਾਂ ਸਰਬ ਵਿਡਾਣੀ। ਸਾਸਤ ਭਾਵ ਸ਼ਾਸਤਰ, ਵੇਦ 6 ਸ਼ਾਸਤਰ ਹੋਏ ਨੇ ਹਿੰਦੂਆਂ ਦੇ, 4 ਵੇਦ ਨੇ, 27 ਸਿਮਰਤੀਆਂ ਨੇ, 18 ਪੁਰਾਣ ਨੇ। ਸਾਰ ਹੁੰਦਾ ਸਰੋਵਰ, ਇੱਥੇ ਭਾਵ ਨਾਮ ਰੂਪੀ ਸਰੋਵਰ। ਸੁਰ ਸ੍ਰੀ ਹੁੰਦਾ ਗੰਗਾ, ਕਹਿੰਦੇ ਗੰਗਾ ਜਿਹੜੀ ਹੈ ਭਗਵਾਨ ਦੇ ਚਰਨਾਂ 'ਚ ਸਮਾਈ ਹੋਈ ਹੈ। ਹੇ ਪਰਮਾਤਮਾ, ਜਿਹੜਾ ਤੇਰਾ ਨਾਮ ਹੈ ਨਾ, ਤੇਰੇ ਨਾਮ ਦਾ ਜਿਹੜਾ ਸਰੋਵਰ ਹੈ ਨਾ, ਉਹੀ ਸਾਡੇ ਲਈ ਸ਼ਾਸਤਰ ਹੈ, ਉਹੀ ਸਾਡੇ ਲਈ ਵੇਦ ਹੈ, ਉਹੀ ਸਾਡੇ ਲਈ ਸਿਮਰਤੀਆਂ ਨੇ, ਉਹੀ ਸਾਡੇ ਲਈ ਗੰਗਾ ਦਾ ਇਸ਼ਨਾਨ ਹੈ। ਜਿਹੜਾ ਤੇਰਾ ਨਾਮ ਹੈ ਨਾ, ਬਸ ਸਾਡੇ ਲਈ ਤਾਂ ਉਹੀ ਕੁਛ ਹੀ, ਕਿਉਂਕਿ ਸਾਰਿਆਂ ਦਾ ਤਤਸਾਰ ਤੇ ਨਾਮ ਜਪਣਾ ਹੈ। ਸਾਰੇ ਧਾਰਮਿਕ ਗ੍ਰੰਥਾਂ ਦਾ ਤਤਸਾਰ ਹੈ ਨਾਮ ਜਪੋ। ਹੁਣ ਰਿਗਵੇਦ ਦੇ ਵਿੱਚ 1 ਲੱਖ ਸ਼ਲੋਕ ਹੈ, ਜਿਸ 'ਚ 20 ਲੱਖ ਸ਼ਲੋਕ ਪਰਮਾਤਮਾ ਦੀ ਸਿਫਤ ਸਲਾਹ 'ਚ ਨੇ। 80 ਲੱਖ ਸ਼ਲੋਕ ਆ ਕਰਨਾ ਚਾਹੀਦਾ, ਐਂ ਕਰਨਾ ਚਾਹੀਦਾ, ਰਸਮ ਇਸ ਤਰ੍ਹਾਂ ਕਰਨੀ ਹੈ, ਫਲਾਣਾ ਕਰਨਾ, ਰਸਮ ਰਿਵਾਜ ਹੈ। ਤਾਂ ਹੀ ਉਹ ਰਸਮਾਂ ਰਿਵਾਜਾਂ ਦੇ ਵਿੱਚ ਉਹ ਲੋਕ ਪੈ ਗਏ। ਜਿਹੜਾ ਵੇਦ ਨੇ ਕਿਹਾ ਸੀ ਨਾਮ ਜਪੋ, ਉਹ ਜਪਦੇ ਨਹੀਂ ਹੈਗੇ, ਉਹ ਜਪਦੇ ਨਹੀਂ। ਵੇਦਾਂ ਮੈਂ ਨਾਮ ਉਤਮ, ਸੋ ਸੁਣੇ ਨਾਹੀਂ, ਫਿਰੇ ਜੋ ਬੇਤਾਲਿਆ। ਵੇਦਾਂ 'ਚ ਨਾਮ ਦੀ ਉੱਤਮਤਾ ਲਿਖੀ ਹੋਈ ਹੈ, ਨਾਮ ਦੀ ਵਡਿਆਈ ਲਿਖੀ ਹੋਈ ਹੈ। ਉਹ ਕਹਿੰਦੇ ਉਹ ਤਾਂ ਸੁਣਦੇ ਨਹੀਂ ਹੈ, ਕਮਲਿਆਂ ਦੀ ਤਰ੍ਹਾਂ ਫਿਰੀ ਜਾਂਦਾ ਹੈ। ਬਾਣੀ ਪੜ੍ਹ ਲਓ, ਹਰ 2-4 ਸ਼ਬਦਾਂ ਬਾਅਦ ਕਹੋਗੇ ਨਾਮ ਜਪੋ, ਨਾਮ ਦੀ ਮਹਿਮਾ ਦਿੱਤੀ ਹੋਈ। 2-4 ਲਾਈਨਾਂ ਬਾਅਦ ਫਿਰ ਨਾਮ ਦੀ ਮਹਿਮਾ ਦਿੱਤੀ ਹੋਈ ਹੈ। ਭਾਈ ਨਾਮ ਜਪੋ, ਨਾਮ ਜਪੋ। ਸ਼ਾਖਾਂ 3, ਮਾਇਆ ਦੀਆਂ 3 ਸ਼ਾਖਾਂ ਨੇ, ਰਜੋ ਸਤੋ ਤਮੋ। ਇਹ ਮਾਇਆ 3 ਗੁਣ ਨੇ। ਮੂਲ ਪਰਮਾਤਮਾ, ਪਰਮਾਤਮਾ ਸਭ ਦਾ ਮੂਲ ਹੈ। ਮਤ ਰਾਵੈ, ਮਤ ਜਿਹੜੀ ਹੈ ਉਹ ਪਰਮਾਤਮਾ ਦਾ ਨਾਮ ਜਪਦੀ ਹੈ। ਤੂੰ ਤਾਂ ਸਰਬ ਵਿਡਾਣੀ, ਪਰ ਪਰਮਾਤਮਾ ਤੂੰ ਤੇ ਸਾਰਿਆਂ ਤੋਂ ਅਚਰਜ ਹੈ। ਵਿਡਾਣੀ ਅਚਰਜ ਹੈ। ਤਾਕੇ ਚਰਨ ਜਪੈ ਜਨ ਨਾਨਕ, ਬੋਲੇ ਅੰਮ੍ਰਿਤ ਬਾਣੀ। ਤਾਕੇ ਉਸ ਦੇ ਪਾ ਪਰਮਾਤਮਾ ਦੇ, ਜਿਹੜਾ ਦਾਸ ਨਾਨਕ ਹੈ ਨਾ, ਜਨ ਨਾਨਕ, ਦਾਸ ਨਾਨਕ ਪਾ। ਗੁਰੂ ਮਹਾਰਾਜ ਕਹਿੰਦੇ ਮੈਂ
ਕੱਕੇ ਨੂੰ ਕੱਲਾ ਗੁਰੂ ਮਹਾਰਾਜ ਵੱਲੋਂ ਹੈ। ਗੁਰੂ ਮਹਾਰਾਜ ਕੇ ਮੈਂ ਤਾਂ ਉਸ ਪਰਮਾਤਮਾ ਦੇ ਚਰਨਾਂ ਦਾ ਜਾਪ ਕਰਦਾ, ਪਾਪ ਦਾ ਨਾਮ ਜਪਦਾ ਹਾਂ। ਦਾਸ ਨਾਨਕ ਦਾ ਉਹਦਾ ਨਾਮ ਜਪਦਾ, ਉਹਦੀ ਅੰਮ੍ਰਿਤਮਈ ਬਾਣੀ ਪੜ੍ਹਦਾ ਹੈ, ਬਾਣੀ ਬੋਲਦਾ ਹੈ। 33 ਕਰੋੜੀ ਦਾਸ ਤੁਮਾਰੇ, ਰਿੱਧ ਸਿੱਧ ਪ੍ਰਾਣ ਆਧਾਰੀ। हे परमात्मा, 33 ਕਰੋੜ ਦੇਵਤੇ ਤੇਰੇ ਦਾਸ ਹਨ। ਹਿੰਦੂ ਧਰਮ ਅਨੁਸਾਰ ਹਿੰਦੁਸਤਾਨ 33 ਕਰੋੜ ਦੇਵਤੇ ਹੋਏ, ਉਹ ਸਾਰੇ ਤੇਰੇ ਦਾਸ ਹਨ। ਰਿੱਧ ਸਿੱਧ ਪ੍ਰਾਣ ਆਧਾਰੀ, ਪ੍ਰਾਣ ਆਧਾਰੀ, ਪ੍ਰਾਣਾਯਾਮ ਦੇ ਅਨੁਸਾਰ ਰਹਿਣ ਵਾਲੇ ਪ੍ਰਾਣਾਯਾਮੀ, ਉਹ ਰਿੱਧੀਆਂ ਸਿੱਧੀਆਂ 'ਚ ਪੈ ਰਹਿੰਦੇ ਹਨ। ਉਹਨਾਂ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਦਾ ਉਦੇਸ਼ ਨਹੀਂ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨਾ ਉਦੇਸ਼ ਹੈ। ਕਿਉਂਕਿ ਪ੍ਰਾਣਾਯਾਮ ਕਰਨ ਵਾਲੇ ਨਾਮ ਨਹੀਂ ਜਪਦੇ, ਸਵਾਸਾਂ ਦੇ ਨਾਲ ਹੀ ਆਪਣੀ ਸੁਰਤ ਨੂੰ ਜਿਹੜਾ ਹੈ ਉਹ ਦਸਮ ਦੁਆਰ 'ਚ ਲੈ ਕੇ ਜਾਂਦੇ ਹਨ। ਆਪਣਾ ਆਪਣਾ ਢੰਗ ਤਰੀਕਾ ਹੁੰਦਾ ਹੈ। ਜਿਵੇਂ ਇੱਕ ਬੰਦਾ ਵਾਹਿਗੁਰੂ ਵਾਹਿਗੁਰੂ ਨਹੀਂ ਕਰਦਾ, ਸਿਰ ਬੈਠਾ ਸਵਾਸਾਂ ਨੂੰ ਵੇਖੀ ਜਾਂਦੇ, ਆਹ ਸਾਹ ਅੰਦਰ ਜਾ ਰਿਹਾ ਹੈ, ਆਹ ਸਾਹ ਬਾਹਰ ਆ ਰਿਹਾ ਹੈ, ਇਹ ਆ ਅੰਦਰ ਜਾ ਰਿਹਾ ਹੈ, ਇਹ ਬਾਹਰ ਜਾ ਰਿਹਾ ਹੈ, ਇਹ ਵਾਹ, ਇਹ ਹੈ, ਇਹ ਗੁ, ਇਹ ਰੂਹ ਹੈ, ਵੇਖੀ ਜਾ ਰਿਹਾ ਉਸਨੂੰ, ਜਪ ਨਹੀਂ ਰਿਹਾ। ਵੇਖੀ ਜਾਣ ਦੇ ਨਾਲ ਵੀ ਸਾਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਪਰ ਸਿੱਖ ਧਰਮ ਕਹਿੰਦਾ ਅਸੀਂ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਵੇਖੋ ਵੀ ਅਤੇ ਜਪੋ ਵੀ। ਤਾਂ ਹੀ ਆਪਾਂ ਕਹਿੰਦੇ ਤੁਸੀਂ ਵਾਹ ਵੇਖੋ, ਕੋਸ਼ਿਸ਼ ਕਰੋ ਵੀ ਵਾਹ ਵਾਹ ਵੀ ਕਰਨਾ, ਵਾਹ ਹੈ, ਇਹ ਇੱਥੇ ਕਿ ਹਾਏ ਨੂੰ ਸੇ ਹੈ, ਇੱਥੇ ਗੱਗੇ ਕੋ ਗਲੇ ਕੋਲ ਜਾਂ ਗੂ ਹੈ, ਅੱਗੇ ਸਿਰ ਵੱਲ ਨੂੰ ਰੂਹ ਹੈ। ਦੇਖੀ ਵੀ ਜਾਣਾ, ਬੋਲੀ ਵੀ ਜਾਣਾ ਅਤੇ ਸੁਣੀ ਵੀ ਜਾਣਾ। ਜਦੋਂ ਅਸੀਂ ਦੇਖਾਂਗੇ ਤੇ ਬੋਲਾਂਗੇ ਨਾ, ਫਿਰ ਸਾਡਾ ਧਿਆਨ ਇੱਧਰ ਉੱਧਰ ਬਹੁਤ ਘਟ ਜਾਂਦਾ ਹੈ। ਜੇ ਅਸੀਂ ਸਿਰ ਬੋਲੀ ਜਾਵਾਂਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧਿਆਨ ਜ਼ਰੂਰ ਇੱਧਰ ਉੱਧਰ ਚਲਾ ਜਾਏਗਾ। ਕਿਉਂਕਿ ਅਸੀਂ ਵਾਹਿਗੁਰੂ ਸ਼ਬਦ ਨੂੰ ਅੰਦਰ ਖਾਤੇ ਵੇਖ ਨਹੀਂ ਰਹੇ। ਮੰਨ ਲਓ ਤੁਸੀਂ ਵਾਹਿਗੁਰੂ 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 ਕਰ ਰਹੇ ਹੋ, ਤਾਂ ਅੰਦਰਲੀ ਅੱਖਰਾਂ ਵਾਹਿਗੁਰੂ ਉਹ ਵੇਖੋ ਵੀ ਇਹ ਲਿਖਿਆ ਹੋਇਆ ਹੈ। ਮੰਨ ਲਓ ਕੰਧ ਤੇ ਲਿਖਿਆ ਵਾਹਿਗੁਰੂ ਵਾਹਿਗੁਰੂ, ਇਹ ਲਿਖਿਆ ਇਸ ਤਰ੍ਹਾਂ ਹੈ। ਉਸ ਨੂੰ ਦੇਖੀ ਹੀ ਜਾਣ ਨਾਲ ਬਹੁਤ ਪ੍ਰਾਪਤੀ ਹੋ ਜਾਂਦੀ ਹੈ। ਤੇ ਜੇ ਉਹਦੇ ਨਾਲ ਬੋਲਿਆ ਜਾਵੇ ਵਾਹਿਗੁਰੂ ਵਾਹਿਗੁਰੂ, ਦੇਖੋ ਵੀ ਬੋਲੋ ਵੀ, ਫਿਰ ਧਿਆਨ ਇੱਧਰ ਉੱਧਰ ਨਹੀਂ ਜਾਂਦਾ। ਜੇ ਜਾਣ ਲੱਗੇ ਬੋਲਣ ਲੱਗ ਜਾਓ ਚੀਜ਼, ਜੇ ਮਨ 'ਚ ਕਰੋਗੇ ਫਿਰ ਵੀ ਧਿਆਨ ਇੱਧਰ ਨੂੰ ਜਾਣ ਦਾ ਖਤਰਾ ਰਹਿੰਦਾ ਹੈ। ਜੇ ਨਾਲ ਬੋਲੋਗੇ ਫਿਰ ਧਿਆਨ ਬਹੁਤ ਘੱਟ ਇੱਧਰ ਜਾਂਦਾ। ਵੇਖਣਾ ਵੀ ਹੈ, ਅੱਖਰਾਂ ਨੂੰ ਵੇਖਣਾ ਵੀ ਹੈ, ਬੋਲਣਾ ਵੀ ਹੈ। ਜਦੋਂ ਵੇਖਣ ਤੇ ਬੋਲਣ ਇੱਕ ਹੋ ਜਾਏਗਾ ਫਿਰ ਸਾਡਾ ਧਿਆਨ ਇੱਧਰ ਉੱਧਰ ਨਹੀਂ ਜਾਏਗਾ। ਧਿਆਨ ਨਾਲ ਕੀਤਾ ਹੋਇਆ ਸਿਮਰਨ 15 ਮਿੰਟ 1 ਘੰਟੇ ਦੇ ਬਰਾਬਰ ਹੋ ਜਾਂਦਾ ਹੈ, ਕਿਉਂਕਿ ਧਿਆਨ ਨਾਲ ਕੀਤਾ ਹੋਇਆ ਹੈ। ਧਿਆਨ ਦੀ ਮਹਾਨਤਾ ਹੈ, ਬਹੁਤੇ ਦੀ ਮਹਾਨਤਾ ਨਹੀਂ ਕਿ ਤੁਸੀਂ 100 ਸੁਖਮਨੀ ਸਾਹਿਬ ਦਾ ਪਾਠ ਕਰਿਆ, ਧਿਆਨ ਨਾਲ ਕਿੰਨੇ ਕੀਤੇ। ਮਹਾਨਤਾ ਧਿਆਨ, ਥੋੜਾ ਕਰੋ ਧਿਆਨ ਨਾਲ ਕਰੋ, ਗਿਣਤੀਆਂ ਮਿਣਤੀਆਂ 'ਚ ਨਹੀਂ ਪੈਣਾ ਹੁੰਦਾ। ਇਸ ਲਈ ਸਿੱਖ ਧਰਮ 'ਚ ਮਾਲਾ ਦਾ ਕੋਈ ਰਿਵਾਜ ਨਹੀਂ ਹੈ। ਹਾਂ ਉਂਝ ਮਹਾਂਪੁਰ ਗਲੇ 'ਚ ਪਾ ਲੈਂਦੇ ਨੇ ਵੀ ਚਲੋ, ਕਈ ਇਹਨੇ ਗਲੇ 'ਚ ਪਾਈ ਹੁੰਦੀ। ਮੈਂ ਇੱਕ ਘਰ 'ਚ ਕਈ ਸਾਲ ਪਹਿਲਾਂ ਗਿਆ ਸੀ, ਉਹ ਮੇਰੇ ਚਰਨ ਤੋਂ ਆ ਕੇ ਹਟੇ, ਉਹਨੇ ਮੇਰੇ ਗਲ 'ਚ ਮਾਲਾ ਪਾਤੀ, ਕਈ ਲੜੀਆਂ ਵਾਲੀ ਸੀ ਉਹ ਫੋਟੋ ਵੀ ਹੈਗੀ ਉਹਦੀ। ਉਹਨਾਂ ਦੀ ਪ੍ਰਸੰਨਤਾ ਲਈ ਵੀ ਉਹਨਾਂ ਇੰਨਾ ਖਰਚ ਕੀਤਾ, ਮਾਲਾ ਦਿੱਤੀ, ਮੈਂ ਕਈ ਮਹੀਨੇ ਪਾਈ ਰੱਖੀ ਉਹ। ਦੇਖੋ ਕੋਈ ਚੀਜ਼ ਮੈਨੂੰ ਦਿੰਦਾ ਹੈ ਤਾਂ ਅਗਲੇ ਦੀ ਇੱਛਾ ਹੁੰਦੀ ਹੈ ਕਿ ਬਾਬਾ ਜੀ ਵਰਤਨ ਇਸ ਨੂੰ ਪਾਉਣ।
ਜੇ ਮੈਂ ਪਾਵਾਂ ਹੀ ਨਾ, ਅਗਲਾ ਕਹਿੰਦਾ ਯਾਰ ਕਿੰਨੇ ਵਾਰੀ ਬਾਬਾ ਜੀ ਬੜਾ ਸਾਡੀ ਤਾਂ ਚੀਜ਼ ਹੀ ਨਾ ਕਦੇ ਨਹੀਂ ਪਾਈ ਹੈਗੀ। ਦੂਸਰੇ ਦੀ ਖੁਸ਼ੀ ਲਈ ਵੀ, ਹਾਲਾਂਕਿ ਮੈਂ ਮਾਲਾ ਮੂਲਾ 'ਚ ਕੋਈ ਵਿਸ਼ਵਾਸ ਨਹੀਂ ਕਰਦਾ। ਕਬੀਰ ਸਾਹਿਬ ਦਾ ਨਿਰਣੈ, ਕਬੀਰ ਹਮਾਰੀ ਸਿਮਰਨੀ ਮਾਲਾ ਨੂੰ ਕਹਿੰਦੇ ਨੇ, ਰਸਨਾ ਉਪਰ ਰਾਮ। ਬਸ ਰਸਨਾ ਤੇ ਰਾਮ ਰਾਮ ਕਹਿਣਾ, ਇਹੀ ਸਾਡੀ ਮਾਲਾ ਹੈ। ਕਿਉਂ? ਜੇ ਮਾਲਾ ਫੇਰੀ ਜਾਊਗਾ ਫਿਰ ਉਹ ਗਿਣਤੀਆਂ 'ਚ ਪੈ ਜਾਏਗਾ ਬੰਦਾ। ਹਾਂ, ਧਿਆਨ ਕਦੇ ਮਾਲਾ ਵੱਲ ਚਲੇ ਜਾਏਗਾ, ਕਦੇ ਸਿਮਰਨ ਵੱਲ ਚਲੇ ਜਾਏਗਾ। ਇਸ ਲਈ ਹਾਂ, ਅਗਰ ਕੋਈ ਮਹਾਂਪੁਰਖ ਕਹਦੇ ਵੀ ਇਸ ਸ਼ਬਦ ਦਾ ਤੂੰ 108 ਵਾਰ ਜਾਪ ਕਰਨਾ, ਫਿਰ ਸਾਨੂੰ ਗਿਣਤੀ ਕਰਨੀ ਪਏਗੀ, ਕਿਉਂਕਿ ਗਿਣਤੀ ਦੇਤੀ ਹੈ। ਨਹੀਂ ਤੇ ਬਸ ਬੈਠੇ ਵਾਹਿਗੁਰੂ ਵਾਹਿਗੁਰੂ ਕਰੇ, ਕਿਸੇ ਮਾਲਾ ਦੀ ਲੋੜ ਨਹੀਂ ਪਏਗੀ। ਬਾਕੀ ਜਿਵੇਂ ਕਿਸੇ ਨੂੰ ਆਦਤ ਪੈ ਜਾਏ, ਮਤਲਬ ਦੇ ਭਜਨ ਬੰਦਗੀ ਕਰਨ ਦੇ, ਜਿਸ ਤਰ੍ਹਾਂ ਵੀ ਠੀਕ ਰਹਿੰਦਾ ਉਸੇ ਤਰੀਕੇ ਕਰ ਲਓ। ਜਿਹੜਾ ਉਦੇਸ਼ ਆ ਭਜਨ ਬੰਦਗੀ ਕਰਨਾ, ਜਿਸ ਤਰੀਕੇ ਨਾਲ ਵੀ ਹੋ ਸਕੇ ਉਸੇ ਤਰੀਕੇ ਨਾਲ ਹੀ ਕਰ ਲਓ। ਤਾਕੇ ਰੂਪ ਨ ਜਾਹੀ ਲਖਣੇ, ਕਿਆ ਕਰ ਆਖ ਵਿਚਾਰੇ। ਉਸਦੇ ਤਾਂ ਰੂਪ ਲਖੀ ਨਹੀਂ ਜਾ ਸਕਦੇ, ਕਿਉਂਕਿ ਉਹ ਤਾਂ ਬੇਅੰਤ ਰੂਪਾਂ 'ਚ ਹੈ। ਆ ਸਾਰੇ ਅਸੀਂ ਉਹਦੇ ਰੂਪ ਬੈਠੇ ਹਾਂ, ਇਸ ਲਈ ਉਹ ਓੰਕਾਰ ਹੈ। ਉਹ ਇੱਕ ਵੀ ਹੈ, ਉਹ ਓੰਕਾਰ ਵੀ ਹੈ। ਉਹ ਓੰਕਾਰ ਹੁੰਦਾ ਜਿਹੜਾ ਸਾਹਮਣੇ ਦਿਸੇ। ਪਰਮਾਤਮਾ ਨਿਰੰਕਾਰ ਵੀ ਹੈ, ਪਰਮਾਤਮਾ ਏਕੰਕਾਰ ਵੀ ਹੈ, ਪਰਮਾਤਮਾ ਓੰਕਾਰ ਵੀ ਹੈ। ਆਪਾਂ ਓੰਕਾਰ ਬੈਠੇ ਸਾਰੇ, ਪਰਮਾਤਮਾ ਦਾ ਉਹ ਰੂਪ ਬੈਠੇ ਹਾਂ ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਹੈ, ਉਹ ਹੈ ਓੰਕਾਰ। ਆਪਾਂ ਸਾਰੇ ਓੰਕਾਰ ਹਾਂ, ਬੈਠੇ ਸਾਰੇ ਪਰਮਾਤਮਾ ਹੀ ਹਾਂ। ਆਪਣੀ ਕਹੇ ਆਓ ਜੀ ਭਗਵਾਨ ਜੀ, ਨਾਲ ਕਹੇ ਯਾਰ ਕਿੱਥੇ ਕਿੱਥੇ ਮੈਂ, ਕਿੱਥੇ ਭਗਵਾਨ। ਨਹੀਂ, ਅਸੀਂ ਉਸੇ ਦੇ ਰੂਪ, ਸਿਰਫ ਉਹਦਾ ਓੰਕਾਰ ਰੂਪ ਜਿਹੜਾ ਇਹਨਾਂ ਅੱਖਾਂ ਨਾਲ ਦਿਸਦਾ ਹੈ। ਜੋ ਦੀਸੈ ਸੋ ਤੇਰਾ ਰੂਪ, ਪੜ੍ਹਦੇ ਹੋ ਨਾ ਵੀ ਜੋ ਦਿਖਾਈ ਦੇ ਰਿਹਾ ਹੈ ਪਰਮਾਤਮਾ ਤੇਰਾ ਹੀ ਰੂਪ ਹੈ। ਬਸ ਫਿਰ ਆਪਾਂ ਮੁਨਕਰ ਨਹੀਂ ਹੋ ਸਕਦੇ, ਆਪਾਂ ਭਗਵਾਨ ਹੀ ਬੈਠੇ ਨੇ। ਪਰ ਮਾਇਆ ਦਾ ਪਰਦਾ ਪਏ ਹੋਣ ਕਾਰਨ ਅਸੀਂ ਆਪਣੇ ਨੂੰ ਨਿਮਾਣੇ ਨਿਤਾਣੇ ਸਮਝਦੇ ਹਾਂ। ਬਾਣੀ ਕਹਿੰਦੇ ਤੁਸੀਂ ਰਾਜੇ ਹੋ, ਰਾਜੇ। ਮੈਂ ਤਾਂ ਤੁਹਾਨੂੰ 84 ਲੱਖ ਜੂਨਾਂ ਦਾ ਰਾਜਾ ਬਣਾਇਆ, ਸਾਰੀਆਂ ਜੂਨਾਂ ਤੁਹਾਡੇ ਅੰਡਰ ਨੇ। ਸਿਰਫ ਤੁਹਾਡੇ ਦਾ ਰਾਜਾ ਹੈ, ਪਰ ਨਾ ਪਤਾ ਹੋਣ ਕਰਕੇ ਤੁਸੀਂ ਚਪੜਾਸੀਆਂ ਵਾਲਾ ਜੀਵਨ ਜਿਉ ਰਹੇ ਹੋ। ਕਹਿੰਦੇ ਹੁਣ ਪਤਾ ਕਿਵੇਂ ਲੱਗੇਗਾ ਮੈਂ ਰਾਜਾ ਹਾਂ? ਕਿਆ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਤੁਹਾਡੀ ਅਸਲੀਅਤ ਤੁਹਾਡੇ ਸਾਹਮਣੇ ਆ ਜਾਏਗੀ। ਕਿਤੇ ਫਿਰ ਤੁਸੀਂ ਕਹੋਗੇ ਤੂੰ ਹੀ ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ। ਫਿਰ ਉੱਥੇ ਪਹੁੰਚ ਜਾਵੇ, ਹਾਂ ਹੇ ਪ੍ਰਭਾ ਤੇਰੇ ਤੇ ਮੇਰੇ ਤੇ ਫਰਕ ਹੀ ਕੋਈ ਨਹੀਂ ਹੈ। ਕਿਉਂ? ਉਹ ਮਾਇਆ ਦਾ ਪਰਦਾ ਲੈ ਗਿਆ ਹੈ। ਗੱਲਾਂ ਬਾਤਾਂ ਨਾਲ ਨਹੀਂ ਲੈਣਾ, ਬੜੇ ਸਾਲਾਂ ਦੀ ਮਿਹਨਤ ਤੋਂ ਬਾਅਦ ਕਿਤੇ ਜਾ ਕੇ ਗੱਲ ਬਣਨੀ ਹੈ। ਫਿਰ ਜਿਹੜਾ ਹੈ ਜਦੋਂ ਬੰਦਾ ਉੱਥੇ ਪਹੁੰਚਦਾ ਨਾ, ਫਿਰ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਆ ਕੇ ਝੁਕਿਆ ਕਰਦੇ ਨੇ। ਕੀ ਕਰਦੇ? ਕਿਉਂ? ਉਹ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੋ ਜਾਂਦਾ। ਰੱਬ ਜਿਹੜਾ ਰਾਜਿਆਂ ਦਾ ਰਾਜਾ ਹੈ, ਉਹਦਾ ਭਗਤ ਵੀ ਰਾਜਿਆਂ ਦਾ ਰਾਜਾ ਹੁੰਦਾ। ਉਹਦੇ ਰੂਪ ਤੇ ਲਖੇ ਹੀ ਨਹੀਂ ਜਾ ਸਕਦੇ, ਅੰਦਾਜ਼ਾ ਹੀ ਨਹੀਂ ਲੱਗਦਾ ਹੈ। ਕਿਆ ਕਰ ਆਖ ਵਿਚਾਰੀ, ਮੈਂ ਕਿਹੜੇ ਕੀ ਕਹਿ ਕੇ ਉਹਦਾ ਵਿਚਾਰ ਕਰਾਂ। 3 ਗੁਣਾ ਤੇਰੇ ਯੁਗ ਹੀ ਅੰਤਰ, ਚਾਰੇ ਤੇਰੀਆਂ ਖਾਣੀ। 3 ਗੁਣਾ, 3 ਗੁਣਾ ਵਾਲੀ ਮਾਇਆ। ਯੁਗ ਹੁੰਦਾ ਇਹ ਸੰਸਾਰ, ਇਹਨੂੰ ਯੁਗ ਉਹ ਸਤਯੁਗ ਤ੍ਰੇਤਾ ਨਹੀਂ ਸਮਝਣਾ, ਸੰਸਾਰ। ਮਾਇਆ ਦੇ 3 ਗੁਣ ਤੇਰੇ ਸੰਸਾਰ ਦੇ ਅੰਦਰ ਹੀ ਹਨ। ਚਾਰੇ ਤੇਰੀਆਂ ਖਾਣੀ, 4 ਖਾਣੀਆਂ, ਅੰਡਜ ਜੇਰਜ ਸੇਤਜ ਉਤਪੁਜ। ਧਰਮ ਕਹਿੰਦਾ 4 ਤਰੀਕਿਆਂ ਨਾਲ ਜੀਵ ਪੈਦਾ ਹੁੰਦੇ ਨੇ। ਕਈ ਆਂਡਿਆਂ ਤੋਂ ਪੈਦਾ ਹੁੰਦੇ, ਅੰਡਜ ਜੇਰਜ। ਆਪਾਂ ਜਿਹੜੇ ਹਾਂ, ਆਪਾਂ ਜੇਰ ਤੋਂ ਪੈਦਾ ਹੋਏ ਹਾਂ। ਪਸ਼ੂ ਵੀ ਜੇਰ ਤੋਂ ਪੈਦਾ ਹੁੰਦੇ ਨੇ।
यही कारण है कि जदों गां सूंदी है, बच्चा बच्ची दिंदी है, जो मछ कटा कटी दिंदी है, वो उन्ना चिर पैरा रखिया जांदा है जिन्ना चिर वो जेर उत्ते लह नहीं जाती डंगर दे। नहीं तो जे मझ जां गां नूं मौका मिले ना, वो जेर ही खाण लग जांदी, उहदा दुध ही सुक जाएगा, इन्नी गर्म हुंदी है। साडे उत्ते भी जेर है, तां असीं बचे माता दे पेट 'च। माता दे पेट किते इतना सेक है कि बच्चा सहन नहीं कर सकता। परमात्मा दे दुआले गिलाफ बनाया होया है। सूरज की इतनी गर्मी है कि असी सहन नहीं कर सकते। परमात्मा एटमॉस्फेयर जो वत बड़ा गिलाफ बनाता है, हाँ 600 किलोमीटर तक ऊंचाई तक, तां जो सूरज की सीधियां किरणां साडे ते न पैण। ये तो साडी मूर्खता कर असी ऑक्सीजन गैस इतनी तैयार कर दी है कि वो मगोरे करते हैं, उस वातावरण दे विच मगोरे करते हैं। जिथे जिथे मगोरे हो गए, अगर असी उस मगोरियां दे हेठां किते आ जाइए, सूरज दी किरणां सीधियां पैणगीਆਂ, उत्थे ही खत्म साडा काम। क्योंकि आम असी जिहड़ा साडा शरीर है 50 डिग्री सेंटीग्रेड तक गर्मी सहन करदा है, उदों बाद सानूं किसी वेले भी सन स्ट्रोक हो सकता है। बहुत ज्यादा गर्मी पै रही है, हवा नहीं चल रही है, तानू सिखर दोपहरे बाहर निकलना पै गया है। सन स्ट्रोक धौण ते जदों गर्मी लगदी है, धुप पैंदी तेज, ये तां हुंदा है। इसलिए लोग छतरी लैके जांदे भी धुप धौण ते ना पवे, जां कई लोग अपनी धौण ढक के जांदे ने तां जो सन स्ट्रोक ना, सन स्ट्रोक उत्थे बंदा गश खा के डिग पैंदा, चल गया। एक कुदरत जिहड़ा है वो अपने वालों हर एक चीज बचा के रखती है भी जे मेरा जीव है वो बच के रहे। अगर हुण साडे जो बच्चे दुआले जेर हुंदी है, अगर किते उहदे च मोरी हो जाए, माता दे पेट दा सारा गंद बंद चले जाए, अंदर ही डेथ हो जाए, अंदर ही डेथ हो जाए, कूड़ कबड़ सारा अंदर चले जाना। इसलिए हे परमात्मा, ये माया दे तीनों गुण, ये तेरी चारे खाणियां, अंडज जेरज सेतज, सेतज हुंदा पसीना, सिल तो कई बहुत जीव पैदा हो जाते हैं। अजकल सिल है ना, तुसी कोई चीज डब्बे च रखी हुई है, ਉਹਦਾ ढक्कन कर दो ढिला, फिर ढिला कर दो, सिल अंदर चली गई। देखो हैरानी की गल है, अंदर ही कीड़े बन जाने ने। सिल नाल बाहरों कीड़े नहीं आ रहे, अंदर कीड़े बन जाते हैं, अंदर की वो सारा तुहाडी चीज खराब हो जाती है। इसलिए डब्बिਆਂ ਨੂੰ बंदा टाइट रखता है। डब्बा टाइट है तो बिस्कुट जिहड़े ऐन रहणगे, क्रच क्रच करनगे। डब्बा हो गया ढिला, उन्होंने भी ढिले हो जाना। सिल ना फिर स्वाद ना तो समा पाक उली लग जानी, सिल ना फिर उली लग जाती। खैर, सो इस संसार दे विच माया दे तीनों गुण भी ने ਅਤੇ ਚਾਰੇ ਖਾਣੀਆਂ, अंडज जेरस सेत उत्पज ਹੁੰਦਾ धरती विच पैदा होने वाला। जिन्नी वनस्पति है सारी धरती च पैदा हुई है। कर्म होवे तां परम पद पाइए, कथे अकथ कहानी। कर्म ਹੁੰਦਾ बख्शिश। बख्शिश भावें स्त्रीलिंग है, पर कर्म फारसी का शब्द है। उत्थे दा अर्थ लिखा फजल। फजल जिन्हों पंजाबी कहते बख्शिश। हुण जे कहिए परमात्मा बड़ा फजल है, मुसलमान तो समझ लेने, आपां नूं नहीं समझ आउणी। मैं कहना हाँ जी परमात्मा दा बड़ा फजल है, तुहानूं समझ नहीं की कहंदे बाबा जी। इस करके पंजाबी दा शब्द वरतना पैंदा करवणी बख्शिश। हालांकि मैंने औंकल ला के पुलिंग बनाया होया, बख्शिश स्त्रीलिंग है। सिर्फ इन्नी गल कर मैनूं डिक्शनरी दोबारा फरोलनी पई भी मैनूं औंकल लगा होया है, ये तो पुलिंग है, बख्शिश स्त्रीलिंग है। और जो डिक्शनरी वेखी उसे उत्ते लिखा फजल। फिर पंजाबी समझाने लिए बख्शिश लिखा होया है। सो इस करके जे परमात्मा की बख्शिश होवे ना, तां परम पद पाए, तां परम पद भी प्राप्त होती, ब्रह्म ज्ञान की अवस्था प्राप्त होती है। फिर कथे अकथ कहानी। वो परमात्मा जो अकथ है
ਉਹਦੇ ਬਾਰੇ ਫਿਰ ਬ੍ਰਹਮ ਗਿਆਨੀ ਗੱਲਾਂ ਕਰਦਾ। ਅਜੇ ਗੁਰੂ ਨੇ ਰੱਬ ਬਾਰੇ ਗੱਲਾਂ ਕੀਤੀਆਂ ਕਿ ਨਹੀਂ? ਆਪਣ ਤਾਂ ਜਿਹੜਾ ਗਿਆਨ ਹੈ ਬਾਣੀ ਪੜ੍ਹ ਕੇ ਰੱਬ ਬਾਰੇ ਹੋਇਆ, ਨਹੀਂ ਤਾਂ ਆਪਣ ਕੀ ਪਤਾ ਸੀ? ਆਪਣ ਕੀ ਪਤਾ ਵੀ 5 ਖੰਡ ਹੁੰਦੇ ਨੇ, ਇੱਕ ਸੱਚਖੰਡ ਵੀ ਹੁੰਦਾ, ਰੱਬ ਉੱਥੇ ਹੀ ਰਹਿੰਦਾ। ਸਭ ਜਿਹੜੇ ਗਏ ਉਹਨਾਂ ਨੇ ਫਿਰ ਲਿਖਿਆ, ਤੂੰ ਕਰਤਾ ਕੀਆ ਸਭ ਤੇਰਾ, ਕਿਆ ਕੋ ਕਰੇ ਪ੍ਰਾਣੀ। हे परमात्मा, तू ते करता है, हर एक चीज़ ਨੂੰ ਬਣਾਉਣ ਵਾਲਾ है, सारा कुछ तू ही कीता होया है। क्या को करे प्राणी, बंदा बेचारा की कर सकता है? ये बंदे बेचारे दे हाथ में कुछ नहीं है, तू ही कर कराउण वाला है। जाको नजर करें तू अपनी, साई सच समानी। जाको जिस ते नजर दी कृपा दृष्टि, हे परमात्मा, जिस ते तू अपनी कृपा दृष्टि कर देना, साई सच समानी, ਉਹੀ ਤੇਰੇ ਵਿੱਚ ਲੀਨ ਹੋ ਜਾਂਦਾ ਹੈ। ਸੱਚ ਪਰਮਾਤਮਾ, ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ, ਜਿਸ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਸੋ ਸਤਿਕਾਰਯੋਗ ਸਾਧ ਜੀ, ਆਪਣੇ ਕੋਲ 8 ਮਿੰਟ ਨੇ, ਆਪਾਂ ਨੇ ਸਿਮਰਨ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਪੋਥੀਆਂ ਸੰਤੋਖ ਦਿਓ। ਉਹ ਜਿਹੜੇ ਆਪਾਂ 5 ਮਿੰਟ ਦੀ ਕਲਿੱਪ ਪਾਈ ਸੀ ਨਾ, 5 ਮਿੰਟ ਦੇ ਸੀ ਜਿਹੜੇ ਸੰਥਿਆ ਲੈਂਦੇ ਸਨ, ਉਹਨਾਂ ਦੀ 5 ਮਿੰਟ ਇਹਨਾਂ ਦੇ ਸੀ ਸਿਮਰਨ ਕਰਨ ਵਾਲਿਆਂ ਦੇ। ਉਹ ਅਮਰੀਕਾ ਤੋਂ ਮੈਨੂੰ ਆਇਆ, ਕਹਿੰਦੇ ਬਾਬਾ ਜੀ ਕਿਆ ਬਾਤ ਹੈ, ਛੋਟੇ ਛੋਟੇ ਜਵਾਕ ਨੇ ਐਂ ਬੈਠੇ 90 ਦੇ ਕੋਣ ਤੇ, ਸਿੱਧੇ ਬੈਠੇ ਨੇ, ਸਿਮਰਨ ਕਰ ਰਹੇ ਨੇ, ਗੂੰਜਿਆ ਪੈ ਰਹੀ, ਕਹਿੰਦੇ ਬੜਾ ਚੰਗਾ ਲੱਗਦਾ ਸੀ। ਬੱਚੇ ਬੜੇ ਐਂ ਬੈਠੇ ਨੇ, ਕਹਿੰਦੇ ਸਿੱਧੇ। ਆਪਾਂ ਤਾਂ ਉਹਨੇ ਸਿੱਧੇ ਨਹੀਂ ਨਾ, ਉਸ ਜਵਾਕ ਸਿੱਧੇ ਹੋ ਸਕਦੇ ਹੁੰਦੇ ਸਾਡੇ, ਇਸ ਲਈ ਸਾਡੇ ਜੇ ਵਿੰਗ ਵਾਲ ਨੇ ਇਹ ਬੜੇ ਦੇਰ ਨਾਲ ਨਿਕਲਦੇ, ਜਵਾਕ ਦੇ ਵਿੰਗ ਵਾਲ ਘੱਟ ਹੁੰਦੇ ਨੇ, ਇਸ ਲਈ ਛੇਤੀ ਪ੍ਰਾਪਤੀ ਕਰ ਲੈਂਦੇ। ਹਾਂ, ਕਿਉਂਕਿ ਸਾਡੇ ਜੇ ਵਿੰਗ ਵਾਲ ਪੈ, ਕਦੋਂ ਸਾਡੇ ਵਿੰਗ ਨਿਕਲੇ ਤੇ ਫਿਰ ਜਾ ਕੇ ਸਾਡੀ ਗੱਲ ਬਣਨੀ। ਹਾਂਜੀ, ਹੋਵੋ ਸਾਹ, ਜਿਹੜੇ ਸਾਵਧਾਨ ਹੋ ਸਕਦੇ ਹੋਵੋ, ਜਿਵੇਂ ਸਰੀਰ ਆਗਿਆ ਦਿੰਦਾ ਹੈ ਉਸ ਤਰ੍ਹਾਂ ਬੈਠੋ। ਅੱਖਾਂ ਬੰਦ ਕਰਨੀਆਂ ਤਾਂ ਜੋ ਇੱਧਰ ਉੱਧਰ ਨਾ ਅਸੀਂ ਵੇਖ ਸਕੀਏ, ਸਾਡਾ ਧਿਆਨ ਜਿਹੜਾ ਹੈ ਉਹ 4 ਅੱਖਰਾਂ ਵੱਲ ਹੋਵੇ। ਵਾਹਿਗੁਰੂ, ਉਹਨੂੰ ਵੇਖੀਏ, ਬਜਾਏ ਅੱਖਾਂ ਖੁੱਲੀਆਂ ਰਹਿਣਗੀਆਂ, ਅਸੀਂ ਕੰਧ ਵੇਖੀ ਜਾਗੇ, ਬੂਟੇ ਬਾਟੇ ਵੇਖੀ ਜਾਗੇ, ਫੁੱਲ ਵੇਖੀ ਜਾਏ, ਸਰਚੀਆਂ ਵੇਖੀ ਜਾਏ, ਇੱਕ ਦੂਜੇ ਨੂੰ ਵੇਖੀ ਜਾਵਾਂਗੇ। ਅੱਖਾਂ ਤਾਂ ਬੰਦ ਕਰਨੀਆਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ